ਇਹ ਸਾਰਾ ਹਫਤਾ, ਬਲਕਿ ਪੂਰੇ ਦਾ ਪੂਰਾ ਮਹੀਨਾ ਜੇਕਰ ਕਹਿ ਲਿਆ ਜਾਏ, ਜਾਂ ਪੂਰਾ ਮੌਸਮ ਹੀ ਸਾਰੇ ਦਾ ਸਾਰਾ ਗੁਰੂ ਕਲਗੀਧਰ ਪਿਤਾ ਦੇ ਦੁਆਲੇ ਪਰਿਕਰਮਾ ਕਰ ਰਿਹਾ। ਕਦੇ ਉਹਨਾਂ ਦੇ ਪਰਿਵਾਰ, ਉਹਨਾਂ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਗਾਥਾ, ਔਰ ਕਿਧਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼, ਔਰ ਉਸ ਤੋਂ ਬਾਅਦ ਲਗਾਤਾਰ ਆਪਣੀ ਛੋਟੀ ਜਿਹੀ ਹਯਾਤੀ ਦੇ ਵਿੱਚ, ਛੋਟੇ ਜਿਹੇ ਜੀਵਨ ਕਾਲ ਦੇ ਵਿੱਚ ਇਤਨੀ ਤੇਜ਼ ਰਫ਼ਤਾਰ ਦੇ ਨਾਲ ਉਹ ਪੂਰਨੇ ਪਾਣੇ ਜਿਸ ਦਾ ਕੋਈ ਸਾਨੀ ਨਹੀਂ ਹੈ, ਸਤਿਗੁਰ ਸੱਚੇ ਪਾਤਸ਼ਾਹ ਦਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਦੇ ਦਿਨ ਪੋਹ ਸੁਦੀ 7ਵੀਂ ਨੂੰ ਪ੍ਰਕਾਸ਼ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼, ਉਹਨਾਂ ਦਾ ਪਟਨਾ ਸਾਹਿਬ ਦੇ ਵਿੱਚ ਪਵ ਲੈਣਾ, ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਓ। ਪਟਨਾ ਸਾਹਿਬ ਦੇ ਵਿੱਚ ਉਹਨਾਂ ਦਾ ਅਵਤਾਰ ਧਾਰਨ ਕਰਨਾ, ਇਹ ਸਾਰੀ ਮਾਨਵਤਾ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ, ਜਿਸ ਦੇ ਬਾਰੇ ਕੇਵਲ ਇੱਕ ਲਫ਼ਜ਼ ਦੇ ਵਿੱਚ ਬੁੱਲੇ ਸ਼ਾਹ ਨੇ ਕਿਹਾ ਸੀ, ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ, अगर न होते गुरु गोबिंद सिंह बात करूं मैं अब की, अगर न होते गुरु गोबिंद सिंह सुन्नत होती सबकी। जिथे औरंगजेब वर्गा तसबी बंदा हाकम राष्ट्री एकता दे नां दे उत्ते ਉਹ ਸਾਰੇ ਮੁਲਕ ਨੂੰ ਇੱਕ ਕਰਨਾ ਚਾਹੁੰਦਾ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਹਿਲੇ ਗੁਰੂ ਸਾਹਿਬ ਦੇ ਪੂਰਨਿਆਂ ਦੇ ਉੱਤੇ ਤੁਰਦੇ ਹੋਏ ਸੰਸਾਰ ਦੇ ਸੁੰਦਰ ਬਾਗ ਨੂੰ ਵੱਖ-ਵੱਖ ਫੁੱਲਾਂ ਦੇ ਨਾਲ ਖਿੜਿਆ ਦੇਖਣਾ ਚਾਹੁੰਦੇ ਸਨ। ਉਹ ਹਰ ਫੁੱਲ, ਹਰ ਰੰਗ ਨੂੰ ਉਸੇ ਰੰਗ ਵਿੱਚ ਵੇਖਣਾ ਚਾਹੁੰਦੇ ਸਨ। ਆਜ਼ਾਦੀ ਭਾਵੇਂ ਉਹ ਇਖਲਾਕੀ ਹੈ, ਧਾਰਮਿਕ ਹੈ, ਵਿਅਕਤੀ ਦੀ ਹੈ, ਉਹਦੇ ਲਈ ਗੁਰੂ ਸਾਹਿਬ ਨੇ ਇਤਨਾ ਕੁਝ ਕਰ ਦਿੱਤਾ। ਸ਼ਾਇਦ ਲਗਾਤਾਰ ਕਈ ਇਤਿਹਾਸਕਾਰ ਭਾਵੇਂ ਸਾਲਾਂ ਬੱਧੀ ਲੱਗੇ ਰਹਿਣ, ਉਹਨਾਂ ਦੇ ਕਿਸੇ ਜੀਵਨ ਦੇ ਇੱਕ ਪੱਖ ਨੂੰ ਵੀ ਉਜਾਗਰ ਨਹੀਂ ਕਰ ਸਕਦੇ। ਅੱਜ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਵਸ ਹੈ। ਉਸ ਦੇ ਉੱਤੇ ਸਾਰੇ ਸੰਸਾਰ ਨੂੰ, ਸਾਰੇ ਜਗਤ ਨੂੰ, ਸਭ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਦੀ ਗੱਲ ਕਰਨੀ, ਉਹਨਾਂ ਦੇ ਬਾਰੇ ਕੁਝ ਵੀ ਕਹਿਣਾ ਬਹੁਤ ਔਖਾ ਹੈ। ਪ੍ਰੋਫੈਸਰ ਪੂਰਨ ਸਿੰਘ, ਜਿਹੜੇ ਖੁਦ ਜੁੜੇ ਹੋਈ ਇੱਕ ਆਤਮਾ ਹੈ, ਜਿਹੜੀ ਰੂਹਾਨੀਅਤ ਦੇ ਵਿੱਚ ਖੁਦ ਸਰਾਬੋਰ ਹੈ, ਉਹਨਾਂ ਨੇ ਜਦੋਂ ਇੱਕ ਗੱਲ ਲਿਖੀ ਤਾਂ ਦੇਖਦੇ ਸਾਰ ਬੜੀ ਅਜੀਬ ਗੱਲ ਲੱਗਦੀ ਹੈ। ਉਹ ਕਹਿੰਦੇ ਹਨ ਕਿ ਮੈਂ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਵੀ ਤਸਵੀਰ ਵੇਖਾਂ, ਜਿੱਥੇ ਵੀ ਉਹਨਾਂ ਦੀ ਕੋਈ ਚਿੱਤਰ ਦੇਖਾਂ, ਮੇਰਾ ਜੀ ਕਰਦਾ ਹੈ ਮੈਂ ਇਹ ਸਾਰੀਆਂ ਤਸਵੀਰਾਂ ਲਾ ਕੇ ਸਾੜ ਦਿਆਂ, ਮੈਂ ਇਹਨਾਂ ਨੂੰ ਅੱਗ ਵਿੱਚ ਸਾੜ ਦਿਆਂ, ਮੈਂ ਇਹਨਾਂ ਨੂੰ ਲੈ ਕੇ ਸਤਲੁਜ ਵਿੱਚ ਰੋੜ ਦਿਆਂ। ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ। ਉਹ ਕਹਿੰਦੇ ਨੇ ਕਿਹੜਾ ਮੁਸੱਵਰ ਹੈ, ਕਿਹੜਾ ਚਿੱਤਰਕਾਰ ਹੈ, ਕਿਹੜਾ ਆਰਟਿਸਟ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਉਸ ਭਾਵਨਾ ਨੂੰ ਆਪਣੇ ਬ੍ਰਸ਼ ਦੇ ਵਿੱਚ ਅੰਕਿਤ ਕਰ ਸਕਦਾ ਹੈ,
ਜਦੋਂ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਹੋਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਿਰਦੇ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਕੀ ਵਲਵਲੇ ਹੋਣਗੇ, ਉਹ ਕੀ ਸੋਚ ਰਹੇ ਹੋਣਗੇ, ਕਿਹੜੇ ਭਵਿੱਖ ਦੀ ਸਿਰਜਣਾ ਲਈ ਉਹ ਇਹ ਸਾਰਾ ਕੁਝ ਦਾਅ ਦੇ ਉੱਤੇ ਲਗਾ ਰਹੇ ਹੋਣਗੇ। ਸਿਰਫ ਮਹਿਸੂਸ ਕਰਨ ਦੀ ਗੱਲ ਹੈ। ਉਹ ਕਹਿੰਦੇ, ਹੇ ਕਲਗੀਧਰ ਪਿਤਾ, ਕਿਸੇ ਵੀ ਮੁਸੱਵਰ ਦੇ ਵਿੱਚ, ਕਿਸੇ ਵੀ ਆਰਟਿਸਟ ਵਿੱਚ, ਕਿਸੇ ਵੀ ਪੇਂਟਰ ਦੇ ਵਿੱਚ ਇਹ ਤਾਕਤ ਨਹੀਂ ਹੈ ਕਿ ਤੇਰੀ ਤਸਵੀਰ ਬਣਾ ਦੇਵੇ। ਮੈਨੂੰ ਤਾਂ ਇੱਦਾਂ ਜਾਪਦਾ ਹੈ ਕਿ ਤੇਰੀ ਹੈਸੀਅਤ ਦੇ ਨਾਲ, ਤੇਰੀ ਹਸਤੀ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਜੇਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਨਾ ਹੈ ਤਾਂ ਉਹਨਾਂ ਦੇ ਸਿੱਖਾਂ ਕੋਲੋਂ, ਆਮ ਸਿੱਖ ਤਾਂ ਸਧਾਰਨ ਸਿੱਖ ਹੋਣਗੇ, ਪਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਵਰਗੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਹੜੇ ਅਰਬੀ ਔਰ ਫਾਰਸੀ ਦੇ ਆਲਮ ਫਾਜ਼ਲ ਸਨ, ਰਹਿਣ ਵਾਲੇ ਈਰਾਨ ਦੇ, ਪਰਸ਼ੀਆ ਦੇ, ਬਾਈ ਪ੍ਰੋਫੈਸ਼ਨ ਮੈਥਮੈਟੀਸ਼ੀਅਨ ਔਰ ਨੌਕਰੀ ਕਰਦੇ ਸਨ ਔਰੰਗਜ਼ੇਬ ਦੇ ਬੇਟੇ ਬਹਾਦਰ ਸ਼ਾਹ ਦੇ ਉਸਤਾਦ ਕਮ ਪੀਏ ਦੀ। ਇੱਥੇ ਮਾੜੇ ਜੇ ਕਿਸੇ ਵੱਡੇ ਵਜ਼ੀਰ ਦੀ ਜਾਂ ਅਫਸਰ ਦੇ ਘਰ ਚਾਕਰੀ ਮਿਲ ਜਾਏ, ਉਹਦੀ ਆਕੜ ਮਾਣ ਨਹੀਂ ਹੁੰਦੀ। ਪਰ ਭਾਈ ਨੰਦ ਲਾਲ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਔਰੰਗਜ਼ੇਬ ਦੀ ਨੌਕਰੀ ਕਰਦੇ ਹਨ ਔਰ ਉਸ ਦੀ ਨੌਕਰੀ ਕਰਦਿਆਂ ਹੋਇਆਂ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ 'ਤੇ ਆਉਂਦੇ ਹਨ ਔਰ ਜਦੋਂ ਵਾਪਸ ਜਾਂਦੇ ਹਨ ਤਾਂ ਉਹਨਾਂ ਦੀਆਂ ਨਜ਼ਰਾਂ ਬਦਲੀਆਂ ਹਨ। ਉਹ ਫਿਰ ਕਹਿੰਦੇ ਕੀ ਹਨ? ਉਹ ਕੀ ਕਹਿੰਦੇ ਹਨ? ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇਸਹਾਰਿਆਂ ਦਾ ਸਹਾਰਾ ਗੁਰੂ ਗੋਬਿੰਦ ਸਿੰਘ ਹੈ। ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਹੱਕ ਦਾ ਸੱਚ ਦਾ ਮੁਜੱਸਮਾ ਗੁਰੂ ਗੋਬਿੰਦ ਸਿੰਘ ਹੈ। ਔਰ ਆਪਣੇ ਬਾਰੇ ਕਹਿੰਦੇ ਹਨ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਘਰ ਦਾ ਕੂਕਰ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਹਾਂ। ਮੇਰੇ ਮੱਥੇ ਦੇ ਉੱਤੇ ਦਾਗ ਲੱਗ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦੇ ਨਾਲ ਮੈਂ ਦਾਗਿਆ ਹੋਇਆ, ਦਾਗਿਆ ਗਿਆ। ਦਾਗੇ ਹੋਏ ਇਸ ਰਣ ਮੇ ਜੂਝੇ, ਜਿਹੜਾ ਦਾਗਿਆ ਨਹੀਂ ਗਿਆ ਉਹ ਭੱਜ ਜਾਏਗਾ, ਉਹ ਦੌੜ ਜਾਏਗਾ। ਉਹ ਕਹਿੰਦੇ ਹਨ, ਮੇਰੇ ਮੱਥੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਦਾਗ ਲੱਗ ਚੁੱਕਾ ਹੈ। ਉਹ ਕਹਿੰਦੇ ਨੇ, ਮੈਨੂੰ ਆਪਣੇ ਆਪ ਨੂੰ ਕੁੱਤਾ ਵੀ ਨਹੀਂ ਕਹਿਣਾ ਚਾਹੀਦਾ। ਦਰਅਸਲ ਮੈਂ ਕਮਤਰੀਨੇ ਜੇ ਸਗਾਨ ਗੁਰੂ ਗੋਬਿੰਦ ਸਿੰਘ ਸੀ। ਕੁੱਤੇ 6 ਕਿਸਮ ਦੇ ਹੁੰਦੇ ਹੈ, ਕੁੱਤਾ, ਬਿਹਤਰ, ਬਿਹਤਰੀਨ, ਕਮੀਨਾ, ਕਮਤਰੀਨ। ਦਰਅਸਲ ਮੈਂ ਤਾਂ ਆਪਣੇ ਆਪ ਨੂੰ ਕੁੱਤਾ ਕਹਿ ਕੇ ਬੜੀ ਵੱਡੀ ਗਲਤੀ ਕਰ ਦਿੱਤੀ। ਮੈਂ ਤਾਂ ਕਮਤਰੀਨੇ 'ਚ ਸਗਾਨ ਗੁਰੂ ਗੋਬਿੰਦ ਸਿੰਘ ਸੀ। ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਕੁੱਤਿਆਂ ਦਾ ਜੂਠਾ ਖਾਣ ਵਾਲਾ ਕੁੱਤਾ ਹਾਂ। ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਔਰ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਦੇ ਉੱਤੇ ਜਾਂਦੇ ਹਨ ਤਾਂ ਕੀ ਕਹਿੰਦੇ ਹਨ? ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਬਰ ਪਾਏ ਗੁਰੂ ਗੋਬਿੰਦ ਸਿੰਘ। ਮੇਰੀ ਜਾਨ ਗੁਰੂ ਦੇ ਕਦਮਾਂ ਤੋਂ ਕੁਰਬਾਨ ਹੋ ਜਾਵੇ, ਮੇਰਾ ਸਿਰ ਉਸ ਦੇ ਕਦਮਾਂ ਦੇ ਉੱਤੇ ਹੀ ਟਿਕਿਆ ਰਹਿ ਜਾਏ। ਹਜ਼ੂਰ ਨੇ ਕਿਹਾ, ਨੰਦ ਲਾਲ ਆ ਮੇਰੇ ਨਾਲ ਬੈਠ। ਕਹਿਣ ਲੱਗੇ, ਨਹੀਂ, ਮੈਂ ਨਹੀਂ ਬੈਠ ਸਕਦਾ। ਇੱਕ ਗੁਰੂ ਗੋਬਿੰਦ ਸਿੰਘ ਲੱਖਾਂ ਨੰਦ ਲਾਲ ਪੈਦਾ ਕਰ ਸਕਦੇ ਹਨ, ਲੱਖਾਂ ਨੰਦ ਲਾਲ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ। ਫਿਰ ਬੇਨਤੀ ਕੀਤੀ, ਕਹਿਣ ਲੱਗੇ, ਮਾਂ ਨਮੇ ਆਰੇਮ ਤਾਬੇ ਗਮਜ਼ੇ ਮੇਗਾਨ ਊ, ਯਕ ਨਿਗਾਹੇ ਜਾਂ ਫਿਜਾਇਸ਼ ਬਸ ਬਵਤ ਦਰਕਾਰ ਮਾਂ। ਮੈਨੂੰ ਇੱਕ ਦਰਕਾਰ ਹੈ, ਮੇਰੀ ਇੱਕ ਬੇਨਤੀ ਹੈ, ਮੇਰੇ ਤੇ ਮਿਹਰ ਦੀ ਨਿਗਾਹ ਕਰ ਦੇ। ਮੈਂ ਆਪਣੀ ਜਾਨ ਦੇਣ ਲਈ ਤਿਆਰ ਹਾਂ, ਮੈਂ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਯਕ ਨਿਗਾਹੇ ਜਾਂ ਫਿਜ਼ਾਇਸ਼ ਬਸ ਬਵਤ ਦਰਕਾਰੇ ਮਾਂ। ਮੈਨੂੰ ਹੋਰ ਕੋਈ ਦਰਕਾਰ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਟਹਿ ਪਿਆ ਚਰਨਾਂ ਤੇ, ਕਹਿੰਦਾ, ਸਤਿਗੁਰ ਸੱਚੇ ਪਾਤਸ਼ਾਹ ਕਿ ਕਿਉਂ ਨਹੀਂ ਹੋ ਸਕਦਾ?
ਹਜ਼ੂਰ ਕਹਿੰਦੇ ਹਨ ਇਹ ਜਾਨ ਤੇਰੀ ਹੈ, ਤੂੰ ਬਣਾਈ ਹੈ, ਤੇਰੇ ਵੱਸ ਵਿੱਚ ਹੈ। किस तरह हो सकता है? फिर उसने एक गल कही, दीन दुनिया दर कमंदे आ परी रुखसारे माँ, हर दो आलम कीमते यक तार मूवे यारे माँ। मैं इस जहान दी नहीं जिहड़ा अणदेखिया जहान है, मैं दोनों जहानां दी गुलामी तैयार करन लई, कुर्बान करन लई तैयार हाँ। जे मैनू अपने इस मुरशद दे केसां दी अगर एक तार मिल जाए, मैं सब कुछ अपना देण लई तैयार हाँ। और इस दे बाद भाई साहब भाई नंद लाल जी ने जिहड़ी वसीयत कीती है, कमाल दी वसीयत है। वो कहंदे हन मबर है बाद खाकम, ऐ हवा जदों मैं मर जावां, जदों मेरे प्राण निकल जाण, जदों मैं खाक दे विच रल जावां, ऐ हवा मेरी उस मिट्टी नूं, मेरी उस स्वाह नूं मेरे दोस्त दे दर तो उड़ा के किधरे होर ना लै जाई। ਇਹ ਸਧਾਰਨ ਸਿੱਖ ਦੀ ਨਹੀਂ। ਕਹਿੰਦੇ ਹਨ ਮਬਰ ਬਾਦ ਖਾਕਮ ਅਜ਼ਦਰੇ ਦੋਸਤ, ਦੁਸ਼ਮਨਮ ਸਰਜਨਤ ਕੇ ਹਰ ਜਾਈਸਤ। ਦੁਸ਼ਮਣ ਮਿਹਣੇ ਮਾਰਨਗੇ ਕਿ ਇਸ ਦੀ ਮਿੱਟੀ ਵੀ ਥਾਂ ਥਾਂ ਉੱਡਦੀ ਫਿਰਦੀ ਹੈ। ਅਖੀਰ ਵਿੱਚ ਗੁਰੂ ਸਾਹਿਬ ਨੇ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਕੀਤੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਰਾਹੀਂ ਸਾਰੀ ਕੌਮ ਨੂੰ ਆਉਣ ਵਾਲੇ ਸਮੇਂ ਲਈ ਹਜ਼ੂਰ ਨੇ ਖੁਦ ਕਿਹਾ, ਸੁਣੋ ਨੰਦ ਲਾਲ ਇਹ ਸਾਚ, प्रगट कराऊं अपनो राज, चार बरन एक बरन कराऊं, वाहिगुरु का जाप जपाऊं, चढ़े तुरंग उड़ावे बाज, तुर्क देख कर जावे पाज, 1.25 लाख से एक लड़ाऊं, राज करेगा खालसा, आकी रहे ना कोय, ख्वार होए सब मिलेंगे, बचे शरण जो होए। ये गुरु गोबिंद सिंह साहब ने भाई साहब भाई नंद लाल जी दे राहीं जे अगर उन्हां दा ये हाल है, ਤਾਂ ਫਿਰ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਕਰਨੇ ਹਨ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਨਜ਼ਰਾਂ ਤੋਂ ਕਰੀਏ, ਔਰ ਤਾਂ ਕਿ ਅਸੀਂ ਕੁਝ ਹਾਸਲ ਕਰ ਸਕੀਏ। ਅਗਰ ਉਸ ਦੇ ਬਾਅਦ ਹੁਣ ਆਪਣੀ ਹੈਸੀਅਤ ਨੂੰ ਅਸੀਂ ਉਸ ਦੇ ਨਾਲ ਨਾਪ ਕੇ ਦੇਖੀਏ, ਅਸੀਂ ਕਿੱਥੇ ਖੜੇ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਅੱਜ ਦੇ ਦੂਸਰੇ ਵਿਸ਼ੇ ਦੇ ਉੱਤੇ, ਅੱਜ ਦੇ ਪਾਵਨ ਪ੍ਰਕਾਸ਼ ਦਿਵਸ ਦੇ ਮੌਕੇ 'ਤੇ ਪਟਨਾ ਸਾਹਿਬ ਵਿੱਚ ਜੋ ਦੁਖਾਂਤ ਵਾਪਰਿਆ ਹੈ ਉਸ ਦੇ ਉੱਤੇ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਵੀ ਲਵਾਂਗੇ। ਇੱਕ ਵਕਫਾ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ fund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी
दूध मलाई और मिठास हल्की सी। काजू कतली बम्बई से लाई? नहीं अंकल जी, शामियाना मिठाई मेड इन अमेरिका। शामियाना मिठाई Made pure, made fresh, made here. जो भी पके ऐसा पके जहाँ भी जो हो, खींचा चला आए MBH मसाले। किचन किंग हो या गरम मसाला, पाव भाजी या चंकी चाट का मसाला, असली मसाले सच सच MBH। शुक्र है लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दाल चावल जैसी तो दुनिया में कोई चीज ही नहीं, बस थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस, खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी खांडवी तो मैं बनाती थी, स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ? पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में। लक्ष्मी बेसन मेड प्योर, मेड फ्रेश, मेड हियर। Nakshatra. Only at Raj Jewels, Bansal Group. मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਇੱਕ ਪਾਸੇ ਅਸੀਂ ਕਲਗੀਧਰ ਪਿਤਾ ਸਾਹਿਬ ਕਮਾਲ ਵਾਲੀਏ ਦੋ ਜਹਾਨ ਅੰਮ੍ਰਿਤ ਦੇ ਦਾਤੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਵਸ ਦੀਆਂ ਵਧਾਈਆਂ ਦੇ ਰਹੇ ਹਾਂ, ਲੈ ਰਹੇ ਹਾਂ। ਔਰ ਦੂਸਰੇ ਪਾਸੇ ਉਹ ਪਾਵਨ ਸਥਾਨ ਪਟਨਾ ਸਾਹਿਬ ਦੀ ਪਾਵਨ ਧਰਤੀ ਜਿੱਥੇ ਗੁਰੂ ਸਾਹਿਬ ਨੇ ਆਪਣਾ ਬਾਲਪਨ ਬਿਤਾਇਆ, ਉਸ ਪਾਵਨ ਤਖਤ ਸਾਹਿਬ ਦੇ ਸਟੇਜ ਦੇ ਉੱਤੇ ਅੱਜ ਜੋ ਦੁਖਾਂਤ ਵਾਪਰਿਆ, ਸਟੇਜ ਦੇ ਉੱਤੇ ਆਪਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਮੁਜ਼ਾਹਰਾ ਹੋਇਆ, ਉਸ ਦੇ ਨਾਲ ਹਰ ਸਿੱਖ ਦਾ ਹਿਰਦਾ ਵਲੂੰਦਰਿਆ ਗਿਆ। ਹਰ ਸਿੱਖ ਦੁਖੀ ਹੈ ਕਿ ਇਹ ਕੀ ਹੋਇਆ, ਕੀ ਸਾਡਾ ਭਵਿੱਖ ਇਹੀ ਹੈ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਆਪਣਾ ਸਾਰਾ ਕੁਝ ਵਾਰ ਦਿੱਤਾ, ਇਹਨਾਂ ਨੂੰ ਇੱਕ ਕਰਨ ਲਈ ਅੱਜ ਅਸੀਂ ਕਿੱਥੇ ਖੜ੍ਹੇ ਹਾਂ। ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ ਜੀ ਗਾਂਧੀ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ। ਅਸੀਂ ਡਾਕਟਰ ਸਾਹਿਬ ਤੋਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਅਸੀਂ ਜਾਣਕਾਰੀ ਲੈ ਸਕੀਏ। ਡਾਕਟਰ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ
रूबरू होने ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜੋ ਅੱਜ ਪਟਨਾ ਸਾਹਿਬ ਅੱਜ ਪ੍ਰਕਾਸ਼ ਦਿਵਸ ਸਵੇਰੇ ਮਨਾਇਆ ਗਿਆ, ਜਿਹੜਾ ਕਿ ਤਕਰੀਬਨ 24 ਘੰਟੇ ਚੱਲਦਾ ਹੈ, ਰਾਤ ਸਾਰੀ ਰਾਤ ਦਾ ਪ੍ਰੋਗਰਾਮ ਹੁੰਦਾ ਹੈ। ਦਰਅਸਲ ਜਿਹੜੀਆਂ ਸ਼ਤਾਬਦੀਆਂ ਦਾ ਸਿਲਸਿਲਾ ਹੈ, ਅਸਲ ਵਿੱਚ ਸ਼ਤਾਬਦੀ 300 ਸਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੀ, ਜਿਹੜੀ ਸ਼ਾਇਦ ਪਹਿਲੀ ਸ਼ਤਾਬਦੀ ਉਸ ਪੱਧਰ ਦੇ ਉੱਤੇ ਮਨਾਈ ਗਈ। ਔਰ 1966 ਦੇ ਵਿੱਚ ਜਦੋਂ ਪਟਨਾ ਸਾਹਿਬ ਦੇ ਉਸ ਗਾਂਧੀ ਮੈਦਾਨ ਦੇ ਵਿੱਚ ਇਤਨੇ ਵੱਡੇ ਪੈਮਾਨੇ ਦੇ ਉੱਤੇ, ਜਿੱਥੇ ਰਾਸ਼ਟਰਪਤੀ ਤੋਂ ਲੈ ਕੇ ਸ਼ਾਇਦ ਕੋਈ ਵੀ ਐਸੀ ਹਸਤੀ ਨਾ ਹੋਈ ਹੋਏਗੀ ਜਿਹੜੀ ਸ਼ਾਮਲ ਨਹੀਂ ਹੋਈ, ਔਰ ਇਤਨੇ ਆਲੀਸ਼ਾਨ ਪੈਮਾਨੇ ਦੇ ਉੱਤੇ, ਔਰ ਪੂਰੀ ਕੌਮ ਨੇ ਬਲਕਿ ਸਥਾਨਕ ਲੋਕਾਂ ਨੇ ਵੀ ਇਤਨਾ ਸਹਿਯੋਗ ਦਿੱਤਾ ਔਰ ਬੜੇ ਹੀ ਚੰਗੇ ਤਰੀਕੇ ਨਾਲ ਮੁਕੰਮਲ ਹੋਈ। ਅੱਜ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350 ਸਾਲਾ ਫਿਰ ਉਹ ਪ੍ਰਕਾਸ਼ ਦਿਵਸ ਆ ਰਿਹਾ 2 ਸਾਲ ਦੇ ਬਾਅਦ। ਉਸ ਤੋਂ ਪਹਿਲੇ ਕੀ ਇਹ ਜਿਹੜੀ ਰਿਹਰਸਲ ਹੋਈ ਹੈ, ਜੋ ਕੁਝ ਹੋਇਆ ਹੈ, ਇਹ ਹੋਇਆ ਕੀ ਹੈ? ਤੁਸੀਂ ਇਸ ਨੂੰ ਕਿਹਨਾਂ ਲਫ਼ਜ਼ਾਂ ਦੇ ਵਿੱਚ, ਔਰ ਕੀ ਅਸਲੀਅਤ ਕੀ ਹੈ, ਕੀ ਤੱਥ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪੂਰੇ ਸੰਸਾਰ ਦੇ ਸਿੱਖ ਸੰਗਤ ਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਲੱਖ ਲੱਖ ਵਧਾਈ ਹੋਵੇ ਜੀ। जी आपने जो चीज पूछी हैगी है, मैं ये बात क्लियर कर देना चाहता हाँ कि तखत पटना साहब का कॉन्स्टिट्यूशन एंड बाई लॉज डिफरेंट है प्रबंधक SPGC तो, दिल्ली गुरुद्वारा कमेटी तो ते नंदेड़ साहब की कमेटी तो। साडे कॉन्स्टिट्यूशन एंड बाई लॉज विच कोई जथेदार की कोई पोस्ट नहीं हैगी, केवल हैड ग्रंथी की पोस्ट हैगी है। ये चीज पहला क्लीयर कर देना चाहता वा कि उन्होंने सरदार ज्ञानी इकबाल सिंह जी नूं किसी उन्होंने पोस्ट तो नहीं हटाया गया, केवल ज्ञानी प्रताप सिंह जी जिहड़े कि नंदेड़ साहब सन, उन्हों का एक्सपीरियंस जिहड़ा 2008 विच गुरता गद्दी पसी उस नूं मुख रखदे आ उन्हों दी सेवा जड़ियां ने इत्थे दी संगत, इत्थे दी प्रबंधक कमेटी और इत्थे दे सारे जिहड़े महापुरुष उन्होंने उन्होंने स्वीकार किया, उन्होंने बेनती की, उस बेनती नूं उन्होंने प्रवान किया। जी 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 इस करके उन्होंने अपॉइंटमेंट किया गया। अपॉइंटमेंट विच केवल यह कहा गया कि वो एडिशनल हैड ग्रंथी होंगे। एडिशनल हैड ग्रंथी? जी हाँ। अच्छा जी जी। इसे दौरान जिले उसे स्टेज पर सारे संस्था दे और कार सेवा दे महापुरुष गुरु बाबा जी सब हैगे सन। उन्हां दी प्रेजेंस विच उन्हां दा अपॉइंटमेंट लैटर पढ़ के सुनाया गया, सब ने जानकारी नाल उस नूं प्रवान कीता। ਉਹਦੇ बाद ਉਹਨਾਂ ਨੂੰ ਦਸਤਾਰ ਬੰਨੀ ਗਈ। ਉਸ ਤੋਂ ਬਾਅਦ ਅਸੀਂ ਲੋਕ ਜਿਹੜੇ ਪ੍ਰਬੰਧਕ ਕਮੇਟੀ ਸਾਂ, ਕਿਉਂਕਿ ਸਾਡਾ ਉੱਥੇ ਰੋਲ ਖਤਮ ਹੋ ਗਿਆ ਸੀ, ਉਹਦੇ ਬਾਅਦ ਅਸੀਂ ਸਟੇਜ ਤੋਂ ਨੀਚੇ ਉਤਰ ਆਏ ਸਾਂ। ਜੀ ਜੀ। ਉਹਦੇ ਬਾਅਦ ਉਸ ਤੋਂ ਬਾਅਦ ਇਹ ਕਹਿਣ ਕਿਹਾ ਗਿਆ, ਸਾਨੂੰ ਤੇ ਮੈਂ ਦੇਖਿਆ ਨਹੀਂ ਹੈਗਾ, ਲੇਕਿਨ ਇਹ ਕਿਹਾ ਗਿਆ ਕਿ ਉਹਦੇ ਬਾਅਦ ਗਿਆਨੀ ਜਿਹੜੇ ਆਪਣੇ ਇਕਬਾਲ ਸਿੰਘ ਜੀ ਨੇ ਜੀ ਉਹ ਸਟੇਜ ਤੇ ਆਏ ਤੇ ਉਹਨਾਂ ਮਾਈਕ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜੀ। ਇਹਦੇ ਉੱਪਰ ਕੁਝ ਸੰਗਤ ਨੇ ਉਹਨਾਂ ਦਾ ਵਿਰੋਧ ਕੀਤਾ। ਉਸ ਵਿਰੋਧ ਵਿੱਚ ਉਹ ਕੁਝ ਥੋੜਾ ਜਿਹਾ ਸ਼ਾਇਦ ਗਿਰ ਗਏ ਨੇ ਜਾਂ ਕੁਝ ਹੋਇਆ ਹੈ, ਉਹਨਾਂ ਸ਼ਾਇਦ ਚੋਟ ਲੱਗੀ ਹੈ। ਉਸ ਦੇ ਬਾਅਦ ਉਹਨਾਂ ਦੇ ਕੋਈ ਸਪੋਰਟਰ ਜਾਂ ਜਿਹੜੀ ਸੰਗਤ ਵਿੱਚ ਕੁਝ ਹੋਰ ਸਨ, ਉਹਨਾਂ ਕਿਰਪਾਨਾਂ ਖਿੱਚ ਲਈਆਂ। ਕਿਰਪਾਨਾਂ ਨਾਲ ਜੰਕਾਰੇ ਛੋੜਨੇ ਸ਼ੁਰੂ ਕਰ ਦਿੱਤੇ। ਕਨਫਿਊਜ਼ਨ ਹੋ ਗਿਆ। ਅਸੀਂ ਲੋਕ ਤੇ ਸਟੇਜ ਤੋਂ ਹੇਠਾਂ ਆ ਗਏ ਸਾਂ। ਉਹਦੇ ਵਿੱਚ ਹੀ ਉਹਨਾਂ ਨੇ ਕੁਝ ਕੀਤਾ ਹੈਗਾ, ਕਿਸੇ ਉਹ ਸ਼ਾਇਦ ਗਿਰ ਗਏ ਨੇ ਜਾਂ ਕੀ ਹੋਇਆ, ਉਹਨਾਂ ਨੂੰ ਚੋਟ ਲੱਗੀ ਹੈ। ਉਹ ਪੁਲਿਸ ਸਟੇਸ਼ਨ ਗਏ ਨੇ, ਉਹਨਾਂ ਨੇ ਉੱਥੇ ਸ਼ਾਇਦ ਕੰਪਲੇਂਟ, ਮੈਨੂੰ ਅਜੇ ਤੱਕ ਕੰਪਲੇਂਟ ਦਾ ਪਤਾ ਨਹੀਂ ਲੱਗਾ, ਲੇਕਿਨ ਸੁਣਿਆ ਹੈ ਕਿ ਉਹਨਾਂ ਨੇ ਕੰਪਲੇਂਟ ਕੀਤੀ ਹੈਗੀ। ਮੈਨੂੰ ਡਾਕਟਰ ਸਾਹਿਬ ਇੱਕ ਗੱਲ ਦੱਸੋਗੇ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਪ੍ਰਬੰਧਕ ਕਮੇਟੀ ਨੇ ਨਿਰਣਾ ਲਿਆ
ਕਿ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਪ੍ਰਬੰਧਕ ਕਿ ਕਮੇਟੀ ਨੇ ਨਹੀਂ, ਪ੍ਰਬੰਧਕ ਕਮੇਟੀ ਦੀ ਜਿਹੜੇ ਆਫਿਸ ਬੈਰਰ ਨੇ ਜੀ ਇਮਰਜੈਂਟ ਮੀਟਿੰਗ ਵਿੱਚ ਜਿਹੜਾ ਕਿ ਉਹਨਾਂ ਨੂੰ ਪਾਵਰ ਹੈਗੀ ਹੈ ਜੀ ਔਰ ਰੈਜ਼ੋਲੂਸ਼ਨ ਹੋਇਆ, ਪ੍ਰਬੰਧਕ ਕਮੇਟੀ ਦਾ ਰੈਜ਼ੋਲੂਸ਼ਨ ਹੋਇਆ ਕਿ ਕਿਸੇ ਟਾਈਮ ਉੱਪਰ ਵੀ ਇਮਰਜੈਂਸੀ ਵਿੱਚ ਕਿਸੇ ਦਾ ਅਪਾਇੰਟਮੈਂਟ ਕਰ ਸਕਦੇ ਹੋ। ਨਹੀਂ ਮੈਂ ਸਮਝ ਗਿਆ, ਉਹਨੂੰ ਰੀਅਪਾਇੰਟ ਕਰ ਸਕਦੇ ਜੀ 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 ਜੀ। ਉਹ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਐਜ਼ ਐਨ EMPLOYE ਤੇ ਕਿਸੇ ਦੀ ਵੀ ਕਰ ਸਕਦੇ ਆ, ਪਰ ਚੌਕੇ ਜਥੇਦਾਰ ਜਾਂ ਹੈੱਡ ਗ੍ਰੰਥੀ ਇੱਕ ਬਹੁਤ ਵੱਡਾ ਧਾਰਮਿਕ ਅਹੁਦਾ ਹੈਗਾ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪੂਰੀ ਪ੍ਰਬੰਧਕ ਕਮੇਟੀ ਦੀ ਵਿੱਚ ਵੀ ਇਸ ਨੂੰ ਪ੍ਰਵਾਨਗੀ ਨਹੀਂ ਮਿਲੀ, ਕੇਵਲ ਐਗਜ਼ੈਕਟਿਵ ਕਮੇਟੀ ਦੇ ਵਿੱਚ ਫੈਸਲਾ ਫਾਈਨਲ ਕੀਤਾ ਗਿਆ। ਐਗਜ਼ੀਕਿਊਟਿਵ ਕਮੇਟੀ ਨੇ, ਕਿਉਂਕਿ ਜਿਹੜਾ 347ਵਾਂ ਪ੍ਰਕਾਸ਼ ਉਤਸਵ ਇੱਥੇ ਮਨਾਇਆ ਗਿਆ ਸੀ ਜੀ ਪੂਰੇ ਹਿੰਦੁਸਤਾਨ ਤੋਂ ਬਾਹਰ ਤੋਂ ਵੀ ਇੱਥੇ ਜਿਹੜੇ ਬਾਬਾ ਜੀ ਕਾਰ ਸੇਵਾ ਵਾਲੇ ਜਾਂ ਜਿਹੜੇ ਆਏ ਹੈਗੇ ਨੇ ਉਹਨਾਂ ਦੀ ਪ੍ਰਵਾਨਗੀ ਨਾਲ ਹੋਇਆ ਕਿ ਇਹਨਾਂ ਨੂੰ ਇਹ ਪਦ ਥੋਪਿਆ ਜਾਏ। ਜੀ ਮੈਂ ਸਮਝ ਗਿਆ ਡਾਕਟਰ ਸਾਹਿਬ, ਇਹ ਪਰ ਐਨੀ ਕਾਲ ਕੀ ਸੀ ਕਿ ਪੂਰੀ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਸ ਨੂੰ ਨਹੀਂ ਵਿਚਾਰਿਆ ਗਿਆ, ਕੇਵਲ ਤੁਸੀਂ ਐਗਜ਼ੈਕਟਿਵ ਦੇ ਵਿੱਚ ਹੀ ਨੂੰ ਵਿਚਾਰਨਾ ਠੀਕ ਸਮਝਿਆ? ਨਹੀਂ, ਇਸ ਕਰਕੇ ਕਿ ਉਹਨਾਂ ਪ੍ਰਬੰਧਕ ਕਮੇਟੀ ਨੇ ਸਾਨੂੰ ਬਾਈ ਰੈਜ਼ੋਲੂਸ਼ਨ ਐਥੋਰਾਈਜ਼ ਕੀਤਾ ਗਿਆ ਹੈ। ਨਹੀਂ, ਤੁਸੀਂ ਕਹਿੰਦੇ ਹੋ ਕਿ ਐਮਰਜੈਂਸੀ ਵਿੱਚ ਕਰ ਸਕਦੇ ਆ, ਇੰਨੀ ਵੱਡੀ ਐਮਰਜੈਂਸੀ ਕਿਹੜੀ ਸੀ ਕਿ ਹੁਣੇ ਹੀ ਕਰਨਾ ਸੀ? ਉਸ ਗੁਰਪੁਰਬ ਨੂੰ 3 ਸਾਲ ਅਜੇ ਬਾਕੀ ਹੈ। ਜੀ ਜੀ 2 ਸਾਲ ਹੈਗੇ ਆ। ਤਿਆਰੀਆਂ ਫੁੱਲ ਸਵਿਚ ਵਿੱਚ ਸਾਡੀਆਂ ਤਿਆਰੀਆਂ ਹੋ ਰਹੀਆਂ ਨੇ 350 ਸਾਲ ਦੀਆਂ ਜੀ। ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਨ ਕਰਨਾ ਚਾਹੁੰਦੇ ਹਾਂ। ਅਸੀਂ ਲੋਕ ਚਾਹੁੰਦੇ ਹਾਂ ਉਹ ਤਿਆਰੀਆਂ 216 ਜਾਂ 15 ਵਿੱਚ ਹੀ ਕੰਪਲੀਟ ਹੋ ਜਾਣ। ਠੀਕ ਹੈ, ਤੇ ਹੁਣ ਤੁਹਾਡਾ ਇਹ ਜਿਹੜਾ ਐਗਜ਼ੈਕਟਿਵ ਦਾ ਫੈਸਲਾ ਹੈ ਜੀ ਡਾਕਟਰ ਸਾਹਿਬ, ਜਿਹੜਾ ਐਗਜ਼ੈਕਟਿਵ ਦਾ ਫੈਸਲਾ ਹੈ ਕਾਰਜਕਾਰਨੀ ਦਾ, ਇਹ ਹੁਣ ਤੁਹਾਡੀ ਪੂਰੀ ਦੀ ਪੂਰੀ ਪ੍ਰਬੰਧਕ ਕਮੇਟੀ ਦੇ ਵਿੱਚ ਜਾਏਗਾ? ਪ੍ਰਬੰਧਕ ਕਮੇਟੀ ਨੂੰ ਅਸੀਂ ਲੋਕ ਰੈਫਰ ਕਰਾਂਗੇ। ਹਾਂਜੀ, ਅਗਰ ਉਹ ਫੈਸਲੇ ਨੂੰ ਮੰਨ ਵੀ ਸਕਦੇ ਆ, ਨਹੀਂ ਵੀ ਮੰਨ ਸਕਦੇ? ਹਾਂ, ਹੋ ਸਕਦਾ ਹੈ, ਲੇਕਿਨ ਉਹਨਾਂ ਨੇ ਸਾਨੂੰ ਐਥੋਰਾਈਜ਼ ਕੀਤਾ ਹੈਗਾ ਜੀ 17/3/2013 ਨੂੰ ਉਹਨਾਂ ਸਾਨੂੰ ਐਥੋਰਾਈਜ਼ ਕੀਤਾ ਪ੍ਰਬੰਧਕ ਕਮੇਟੀ ਨੇ ਕਿ ਤੁਸੀਂ ਆਪਣਾ ਇਹ ਜਿਹੜੇ ਆਫਿਸ ਬੈਰਰ ਹੋ, ਐਗਜ਼ੀਕਿਊਟਿਵ ਵਾਲੇ ਹੋ, ਇਹ ਤੁਸੀਂ ਕੋਈ ਫੈਸਲਾ ਲੈ ਸਕਦੇ ਹੋ। ਕਿਸ ਚੀਜ਼ ਦਾ? ਜਥੇਦਾਰ ਬਦਲਣ ਦਾ ਜਾਂ ਜਥੇਦਾਰ ਵਧਾਉਣ ਦਾ? ਕਿਸੇ ਵੀ ਇੰਪਲਾਈ ਦੇ ਸਾਡੇ ਕਨਸਟੀਟਿਊਸ਼ਨ ਵਿੱਚ ਇੰਪਲਾਈ ਲਿਖਿਆ, ਕੋਈ ਜਥੇਦਾਰ ਨਹੀਂ ਲਿਖਿਆ ਹੈਗਾ। ਜੀ 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 ਇੰਪਲਾਈ ਦਾ ਕਿਸੇ ਦਾ ਉਹਦਾ ਅਪਾਇੰਟਮੈਂਟ ਕਰ ਸਕਦੇ ਹੋ, ਡਿਸਮਿਸ ਕਰ ਸਕਦੇ ਹੋ, ਰਿਨਿਊਅਲ ਕਰ ਸਕਦੇ ਹੋ ਜੀ, ਉਹ ਸਰਵਿਸ ਕੰਡੀਸ਼ਨ ਤੁਸੀਂ ਡਿਸਾਈਡ ਕਰ ਸਕਦੇ ਹੋ। ਜੀ ਜੀ ਜੀ। ਸੋ ਦੂਸਰੀ ਗੱਲ ਜੋ ਕਿ ਇਹਦੇ ਵਿੱਚ ਥੋੜੀ ਜਿਹੀ ਦੁਬਿਧਾ ਇਹ ਆ ਰਹੀ ਹੈ ਕਿ ਜਿਹੜੇ ਗ੍ਰੰਥੀ ਹਨ ਤਖਤ ਸਾਹਿਬ ਦੇ, ਉਹਨਾਂ ਦਾ ਅਹੁਦਾ ਬਹੁਤ ਉੱਚਾ ਹੈ, ਬਹੁਤ ਵੱਡਾ ਅਹੁਦਾ ਹੈਗਾ, ਔਰ ਉਹ ਕੋਈ ਵੀ ਧਾਰਮਿਕ ਔਰ ਸਾਰੇ ਫੈਸਲੇ ਲੈ ਸਕਦੇ ਹੈ, ਕਿਉਂਕਿ ਸਥਾਨਕ ਤਖਤ ਸਾਹਿਬ ਦੇ ਉੱਤੇ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ। ਪਰ ਦੂਸਰੇ ਪਾਸੇ ਇਹ ਵੀ ਲਿਖਿਆ ਤੁਹਾਡੇ ਪਟਨਾ ਸਾਹਿਬ ਦੇ ਕਨਸਟੀਟਿਊਸ਼ਨ ਦੀ ਆਰਟੀਕਲ 78 ਦੇ ਵਿੱਚ ਕਿ ਜੇਕਰ ਧਾਰਮਿਕ ਮਸਲੇ ਦਾ ਕੋਈ ਵੀ ਧਾਰਮਿਕ ਬੱਧ ਦਾ ਫੈਸਲਾ ਹੋਏ, ਕੋਈ ਮੁੱਦਾ ਉੱਠੇਗਾ, ਉਸ ਦੇ 'ਚ ਅੰਤਮ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੋਏਗਾ, ਜਿਹੜਾ ਬਾਈਂਡਿੰਗ ਹੋਏਗਾ। ਸੋ ਅਗਰ ਇਹ ਮਾਮਲਾ ਅਕਾਲ ਤਖਤ ਸਾਹਿਬ ਦੇ ਉੱਤੇ ਜਾਂਦਾ ਹੈ, ਤੁਸੀਂ ਇਸ ਨੂੰ ਧਾਰਮਿਕ ਮਾਮਲਾ ਸਮਝਦੇ ਹੋ? ਐਸਾ ਹੈ ਕਿ ਇੱਥੇ ਪ੍ਰਬੰਧਕ ਕਮੇਟੀ ਨੇ ਇੱਕ ਧਾਰਮਿਕ ਪ੍ਰਚਾਰ ਕਮੇਟੀ ਬਣਾਈ ਹੋਈ ਹੈ ਜੀ। ਉਸ ਦੇ ਚੇਅਰਮੈਨ ਨੇ, ਉਸ ਕਮੇਟੀ ਨੇ ਰეკਮੈਂਡ ਕੀਤਾ ਹੈਗਾ, ਉਸ ਦੇ ਉੱਪਰ ਹੀ ਇੱਕ ਫੈਸਲਾ ਹੋਇਆ ਸੀ। ਜੀ ਨਹੀਂ, ਮੈਂ ਸਮਝ ਗਿਆ। ਮੇਰਾ ਮਤਲਬ ਹੁਣ ਜਿਹੜਾ ਫੈਸਲਾ ਹੋਇਆ ਹੈ ਇਹ ਤੁਹਾਡੇ ਸੰਵਿਧਾਨ ਦੇ, ਤੁਹਾਡੀ ਕਨਸਟੀਟਿਊਸ਼ਨ ਮੁਤਾਬਕ ਅਕਾਲ ਤਖਤ ਸਾਹਿਬ ਦਾ ਫੈਸਲਾ ਅੰਤਮ ਤੇ ਬਾਈਂਡਿੰਗ ਹੈ। ਕੀ ਅਗਰ ਅਕਾਲ ਤਖਤ ਸਾਹਿਬ ਇਹਦੇ ਤੇ ਕੋਈ ਫੈਸਲਾ ਕਰੇਗਾ, ਉਹ ਤੁਹਾਡੇ ਤੇ ਲਾਗੂ ਹੋਏਗਾ? ਬਿਲਕੁਲ ਹੋਏਗਾ, ਬਿਲਕੁਲ ਹੋਏਗਾ, ਉਹਦਾ ਅਸੀਂ ਆਦਰ ਔਰ ਸਨਮਾਨ ਕਰਾਂਗੇ ਜੀ। ਪਰ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਹੋਰ ਹੈ, ਕਿਉਂਕਿ ਜਿਹੜਾ ਪਟਨਾ ਸਾਹਿਬ ਦਾ ਕਨਸਟੀਟਿਊਸ਼ਨ ਹੈ ਬੜਾ ਹੀ ਪੇਤਲਾ ਜਿਹਾ, ਹਲਕਾ ਜਿਹਾ, ਔਰ ਬੜਾ ਹੀ ਉਹਦੇ 'ਚ ਕਾਫੀ ਚਿਰਾਂ ਤੋਂ, ਸ਼ਾਇਦ ਮੇਰਾ ਖਿਆਲ ਹੈ ਕਈ ਦਹਾਕਿਆਂ ਤੋਂ ਮੰਗ ਵੀ ਉੱਠ ਰਹੀ ਹੈ, ਔਰ ਉਹਦੇ 'ਚ ਸੁਧਾਰ ਦੀ ਲੋੜ ਹੈ, ਕਿਉਂਕਿ ਇਹਦੇ ਵਿੱਚ 2 ਮਾਮਲੇ ਹੈ, ਕੁਛ ਤਾਂ ਧਾਰਮਿਕ ਅੰਸ਼ ਹੈ ਤੇ ਕੁਛ ਜਿਹੜਾ ਹੈਗਾ ਇਹਦੇ 'ਚ ਐਡਮਿਨਿਸਟ੍ਰੇਟਿਵ ਹੈ। ਹੁਣ ਜਿਹੜਾ ਤੇ ਧਾਰਮਿਕ ਹੈ, ਤੁਸੀਂ ਕਿਹਾ ਕਿ ਅਕਾਲ ਤਖਤ ਸਾਹਿਬ ਦਾ ਹੋਏਗਾ, ਜਿਹੜਾ ਇਹਦੇ 'ਚ ਐਡਮਿਨਿਸਟ੍ਰੇਟਿਵ ਹੈ, ਤੁਹਾਡੇ ਸੰਵਿਧਾਨ ਦੇ 'ਚ ਲਿਖਿਆ ਹੈ ਕਿ ਉਹਦੇ ਵਿੱਚ ਫਾਈਨਲ ਫੈਸਲਾ ਡਿਸਟ੍ਰਿਕਟ ਜੱਜ ਦਾ ਹੋਏਗਾ। ਕੀ ਇਹਦਾ ਮਤਲਬ ਡਿਸਟ੍ਰਿਕਟ ਜੱਜ ਵੀ ਜਥੇਦਾਰ ਦੀ ਅਪਾਇੰਟਮੈਂਟ ਦੇ ਵਿੱਚ ਦਖਲ ਦੇ ਸਕਦਾ ਹੈ? ਨਹੀਂ ਜੀ, ਉਹ ਅਗਰ ਕੋਈ ਧਾਰਮਿਕ ਮਾਮਲਾ ਹੋਏਗਾ ਜੀ, ਉਹ ਫੈਸਲਾ ਹਮੇਸ਼ਾ ਜਿਹੜਾ ਹੈ
STG ਜੀ ਹੈਲੋ ਹੈਲੋ ਸਾਡਾ ਹਾਂਜੀ ਡਾਕਟਰ ਸਾਹਿਬ ਕੁਝ ਦੱਸ ਰਹੇ ਸੀ, ਲਾਈਨ ਕੱਟੀ ਗਈ ਜੀ। ਹਾਂਜੀ ਕੀ ਦੱਸ ਰਹੇ ਸੀ ਤੁਸੀਂ? ਮੈਂ ਬੇਨਤੀ ਕਰ ਰਿਹਾ ਸਾਂ ਹਾਂਜੀ ਜੇ ਧਾਰਮਿਕ ਹੋਣਗੇ ਉਹਦੇ ਵਿੱਚ ਫੈਸਲਾ, ਅੰਤਿਮ ਫੈਸਲਾ ਅਕਾਲ ਤਖਤ ਸਾਹਿਬ ਦਾ ਹੋਏਗਾ, ਜੋ ਕਿ ਸਾਨੂੰ ਪ੍ਰਬੰਧਕ ਕਮੇਟੀ ਨੂੰ ਵੀ ਔਰ ਪੂਰੇ ਸਿੱਖ ਸਮਾਜ ਨੂੰ ਵੀ ਉਸ ਨੂੰ ਮਾਨਿਆ ਹੋਵੇਗਾ। ਬਿਲਕੁਲ ਠੀਕ ਹੈ। ਮੈਂ ਦੂਸਰੀ ਗੱਲ ਕਰ ਰਿਹਾ ਕਿ ਜਿਹੜਾ ਧਾਰਮਿਕ ਨਹੀਂ ਕੇਵਲ ਐਡਮਿਨਿਸਟ੍ਰੇਟਿਵ ਹੋਏਗਾ, ਕਿਉਂਕਿ ਤੁਸੀਂ ਦੱਸਿਆ ਹੈ ਉਹਦੇ 'ਚ ਇੰਪਲਾਈ ਦੇ ਕਰਕੇ ਕਰ ਰਹੇ ਹੋ, ਤੇ ਉਹਦੇ ਵਿੱਚ ਤਾਂ ਡਿਸਟ੍ਰਿਕਟ ਜੱਜ ਦਾ ਫੈਸਲਾ ਫਾਈਨਲ ਹੈ। ਹਾਂ ਡਿਸਟ੍ਰਿਕਟ ਜੱਜ ਦਾ ਜਿਹੜਾ ਸਾਡਾ ਫੈਸਲਾ ਹੋਵੇਗਾ ਉਹਦੀ ਪ੍ਰੋਸੀਡਿੰਗ ਜਿਹੜੀ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੂੰ ਭੇਜੀ ਜਾਂਦੀ ਹੈ। ਉਹ ਮਿਨਿਸਟਰ ਜਿਹੜੇ ਨੇ ਉਹਨਾਂ ਦੀ ਇਨਫੋਰਮੇਸ਼ਨ ਭੇਜਿਆ ਜਾਂਦਾ ਹੈ, ਉਹ ਉਸ ਨੂੰ ਅਪਰੂਵ ਕਰਦੇ ਨੇ ਜੀ। ਜਸ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਭੇਜਦੇ ਆ, ਉਹਨਾਂ ਨੂੰ ਕੋਈ ਆਬਜੈਕਸ਼ਨ ਹੁੰਦਾ ਹੈਗਾ ਉਹ ਫਿਰ ਸਾਨੂੰ ਕਰਦੇ ਹੈਗੇ ਜੀ। ਤੇ ਅਗਰ ਇਹਦੇ ਵਿੱਚ ਡਿਸਟ੍ਰਿਕਟ ਜੱਜ ਦੇ ਫੈਸਲੇ ਵਿੱਚ ਔਰ ਅਕਾਲ ਤਖਤ ਦੇ ਫੈਸਲੇ 'ਚ ਟਕਰਾਅ ਆਉਂਦਾ ਹੈ, ਫਿਰ ਤੁਹਾਡੇ ਤੇ ਉਸ ਹਾਲਤ ਵਿੱਚ ਕੀ ਹੋਏਗਾ? ਫਿਰ ਅਕਾਲ ਤਖਤ ਦਾ ਇਹ ਫੈਸਲਾ ਹੁੰਦਾ ਜੀ। ਸੋ ਇਹ ਹੁਣ ਤੁਸੀਂ ਇਸ ਫੈਸਲੇ ਨੂੰ ਕਦੋਂ ਆਪਣੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੇ ਵਿੱਚ ਫਾਈਨਲ ਕਰੋਗੇ? ਕਰ ਰਹੇ ਹਾਂ ਹਾਂਜੀ, ਵਾਚ ਕਰ ਰਹੇ ਹਾਂ ਜੀ, ਕਰ ਰਹੇ ਹਾਂ, ਵਾਚ ਕਰ ਰਹੇ ਹਾਂ ਜੀ। ਜੋ ਮੀਟਿੰਗ ਹੋਵੇਗੀ ਤੁਹਾਡੀ ਆਵਾਜ਼ ਡਾਕਟਰ ਸਾਹਿਬ ਕੱਟ ਰਹੀ ਹੈ। ਅੱਛਾ ਠੀਕ ਹੈ। ਉਹਨਾਂ ਨੇ ਸਾਨੂੰ ਇਤਲਾਹ ਕੀਤਾ, ਅਸੀਂ ਉਹਨਾਂ ਦੀ ਇਨਫੋਰਮੇਸ਼ਨ ਵਾਸਤੇ ਫਿਰ ਪ੍ਰਬੰਧਕ ਕਮੇਟੀ ਨੂੰ ਜਾਵਾਂਗੇ, ਜੈਸਾ ਫੈਸਲਾ ਕਰਨਗੇ। ਠੀਕ ਹੈ। ਤੇ ਡਾਕਟਰ ਸਾਹਿਬ ਤੁਹਾਨੂੰ ਇਹਦੇ ਵਿੱਚ ਲੱਗਦਾ ਹੈਗਾ ਕਿ ਜਿਹੜਾ ਕਿਉਂਕਿ ਇਸ ਦੇ ਵਿੱਚ ਡਿਸਟ੍ਰਿਕਟ ਜੱਜ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਉਹ 2 ਜਾਂ 3 ਮੈਂਬਰ ਸ਼ਾਇਦ ਨਾਮਜ਼ਦ ਵੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਮੈਂ ਕੱਟ ਕੇ ਦੁਬਾਰਾ ਤੁਹਾਨੂੰ ਦੂਸਰੇ ਨੰਬਰ ਦੇ ਉੱਤੇ ਮੈਂ ਡਾਇਲ ਕਰਕੇ ਤੁਹਾਨੂੰ ਕਰਦਾ, ਮਿਹਰਬਾਨੀ ਕਰਕੇ। ਅਸੀਂ ਉਹ ਦੂਜੇ ਲੈਂਡਲਾਈਨ ਦੇ ਉੱਤੇ ਤੁਹਾਨੂੰ ਕੋਸ਼ਿਸ਼ ਕਰਦੇ ਹਾਂ, ਤੁਸੀਂ ਕਿਰਪਾ ਕਰਕੇ ਦੁਬਾਰਾ ਲਾਈਨ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੌਰਾਨ ਇੱਕ ਛੋਟਾ ਜਿਹਾ ਵਕਫਾ ਲੈਂਦੇ ਹਾਂ। ਹਾਂਜੀ, ਇੱਕ ਵਕਫਾ ਲੈ ਕੇ ਡਾਕਟਰ ਸਾਹਿਬ ਨਾਲ ਅਸੀਂ ਦੁਬਾਰਾ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ, ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049।
Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. अपना जीवन सफल बनाइए, आओ गुरु की काश चलिए, अपना जीवन सफल बनाइए, अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला, हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा, शेर आटा घर लाओ। महाराजा क्वालिटी स्वीट्स एंड स्नैक्स न्यूयॉर्क विच प्योर वेजिटेरियन खाना, देसी घ्यो दियां मठाइयां, स्नैक्स ਅਤੇ पूरी छोले ਦੇ ਬਾਦਸ਼ਾਹ ਸਾਡੀ ਪਛਾਣ, ਖਾਣੇ ਦੇ ਨਾਲ-ਨਾਲ ਗਾਹਕਾਂ ਦੀ ਪੂਰੀ ਤਸੱਲੀ ਹੈ। ਅਸੀਂ ਕੇਟਰਿੰਗ ਵੀ ਕਰਦੇ ਹਾਂ। ਸਾਡੀ ਸ਼ਾਪ ਮਹਾਰਾਜਾ ਸਵੀਟ 73/10 37th ਐਵਨਿਊ ਜੈਕਸਨ ਹਾਈਟਸ ਵਿੱਚ ਹੈ। ਹੋਰ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 7185052680। ਪੱਪੂ ਸਵੀਟਸ, ਵਾਹ ਬਈ ਵਾਹ। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨॉन ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ $3.99 a pound. Always fresh buffet. Sitting capacity for 50 people. Occasion चाहे कोई भी होवे, याद रखो पप्पू Sweets. For more information, call Puppu Sweets. We are located at major intersection, William Parkway, Cressler Drive. दीदी, मैं तो भूल ही गई थी। मम्मी ने तेरे लिए असली घी भेजा है और मैंने स्पेशली पैक किया। अच्छा जल्दी आना। क्या कर रही है लक्ष्मी? आई आई, पहले अपनी आंखें बंद करो। दीदी, ऐसा घी सिर्फ मम्मी ही बना सकती है। सब लक्ष्मी माँ की कृपा है। लक्ष्मी घी, made pure, made fresh, made here. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਡਾਕਟਰ ਰਣਜੀਤ ਸਿੰਘ ਗਾਂਧੀ, ਪ੍ਰਧਾਨ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ ਔਰ ਅੱਜ ਦੇ ਮੰਦਭਾਗੇ ਦੁਖਾਂਤ ਦੇ ਉੱਤੇ ਉਹ ਆਪਣਾ ਪ੍ਰਤੀਕਰਮ ਦੇ ਰਹੇ ਸਨ। ਡਾਕਟਰ ਸਾਹਿਬ, ਇਹ ਦੱਸੋ ਕਿ ਜਿਹੜੀ ਅੱਜ ਦੀ ਇਹ ਘਟਨਾ ਹੋਈ ਹੈ ਬਿਲਕੁਲ ਮੰਦਭਾਗੀ ਹੈ। ਇਹਦਾ ਵਿਸ਼ਲੇਸ਼ਣ ਕਰਕੇ ਅਸੀਂ ਜਿਸ ਦੇ ਤੇ ਮਰਜ਼ੀ ਦੋਸ਼ ਮੜ ਦਈਏ ਕਿ ਜਿਹੜਾ 350 ਸਾਲਾ ਗੁਰੂ ਕਲਗੀਧਰ ਪਿਤਾ ਦਾ ਪ੍ਰਕਾਸ਼ ਦਿਵਸ ਜਿਹੜਾ ਅਸੀਂ ਬਹੁਤ ਵੱਡੇ ਪੈਮਾਨੇ ਤੇ ਮਨਾਉਣ ਦੀ ਸੋਚ ਰਹੇ ਸੀ, ਕੀ ਇਸ ਘਟਨਾ ਦਾ ਉਸ ਦੇ ਉੱਤੇ ਕੋਈ ਅਸਰ ਪਏਗਾ? ਇਹ ਜਿਹੜੀ ਘਟਨਾ ਹੈ ਬੜੀ ਦੁਖਦ ਘਟਨਾ ਹੈ। कोई भी सिख ऐस नू अप्रूव नहीं करेगा जी। सिख समाज ऐस नू अप्रूव नहीं करेगा। ऐस नू ਅਸੀਂ डिनाउंस करने हैं, प्रबंधक कमेटी डिनाउंस कर दी है जी। मैं एज ए प्रधान ऐस नू डिनाउंस करना हैगा जी। ਇਹ ਜਿਹੜਾ ਕੰਮ ਹੈਗਾ ਜਾਂ ਇਹ ਜਿਹੜਾ ਮਾਹੌਲ ਬਣਿਆ ਹੈ ਠੀਕ ਨਹੀਂ ਹੈਗਾ।
ਔਰ ਇਸ ਮਾਹੌਲ ਨੂੰ ਠੀਕ ਕਰਨੇ ਦਾ ਸਾਨੂੰ ਪ੍ਰਯਤਨ ਕਰਨਾ ਚਾਹੀਦਾ ਹੈ। ਪਿਛਲੀ ਕਮੇਟੀ ਨੇ, ਜਿਸ ਤਰ੍ਹਾਂ ਮੈਂ ਆਪਣੀ ਪਹਿਲਾਂ ਵੀ ਦੱਸ ਰਿਹਾ ਹਾਂ, ਪਿਛਲੀ ਕਮੇਟੀ ਨੇ 5 ਸਾਲ ਦੇ ਟਰਮ ਨੂੰ 11 ਸਾਲ ਤੱਕ ਉਹਨਾਂ ਨਿਭਾਇਆ। ਉਹਨਾਂ ਇੱਥੇ ਇੱਕ ਵੀ ਇੱਟ ਨਹੀਂ ਲਗਾਈ ਹੈਗੀ, ਇੱਕ ਇੱਟ ਦਾ ਡਿਵੈਲਪਮੈਂਟ ਨਹੀਂ ਕੀਤਾ ਹੈਗਾ। ਸਾਡੀ ਕਮੇਟੀ ਨੇ ਆ ਕੇ ਇੱਥੇ ਜਿਹੜੇ ਕੰਸਟਰਕਸ਼ਨ ਵਰਕ ਸ਼ੁਰੂ ਕੀਤੇ ਨੇ, 200-250 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਕੰਮ ਸ਼ੁਰੂ ਹੋ ਰਿਹਾ ਹੈ। ਉਹਦੇ ਵਿੱਚ ਇਸ ਤਰ੍ਹਾਂ ਦੇ ਇੰਸੀਡੈਂਟ ਹੋ ਕੇ ਉਹਦੇ ਵਿੱਚ ਵਿਘਨ ਪਾਉਣਗੇ, ਇਹ ਅਸੀਂ ਡਿਨਾਊਂਸ ਕਰਨੇ ਆ। ਔਰ ਮੈਂ ਸਾਰੀਆਂ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹਾ, ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਕੇ ਇੱਥੇ ਦਾ ਕੰਸਟਰਕਸ਼ਨ ਵਰਕ ਜਿਹੜਾ ਹੈ ਇਹ ਸ਼ੁਰੂ ਕੀਤਾ ਜਾਏ, ਸ਼ੁਰੂ ਕਿ ਇਹਨੂੰ ਜ਼ਿਆਦਾ ਐਕਸਪੀਡਾਈਟ ਕੀਤਾ ਜਾਏ। ਬਿਲਕੁਲ ਡਾਕਟਰ ਸਾਹਿਬ, ਇਹਦੇ ਵਿੱਚ ਸਿਰਫ ਇੱਕ ਸਵਾਲ ਉੱਠਦਾ ਹੈ ਕਿ ਚੰਗਾ ਕੰਮ ਕਰਨਾ ਜਾਂ ਉਹਦੇ ਵਿੱਚ ਕੋਈ ਵਿਘਨ ਪੈ ਜਾਣਾ, ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਬਰੀ ਤਾਂ ਨਹੀਂ ਹੋ ਸਕਦੀ। ਅਗਰ ਕੋਈ ਮਾੜਾ ਕੰਮ ਵੀ ਹੋ ਜਾਏ, ਪ੍ਰਬੰਧਕ ਕਮੇਟੀ ਦਾ ਬੁਨਿਆਦੀ ਫਰਜ਼ ਹੈ ਕਿ ਉਸ ਨੂੰ ਠੀਕ ਤਰ੍ਹਾਂ ਪ੍ਰਬੰਧ ਕਰੇ। ਇਹ ਵੀ ਤਾਂ ਪ੍ਰਬੰਧ ਦਾ ਹਿੱਸਾ ਹੈ ਕਿ ਅਗਰ ਉਹਦੇ ਵਿੱਚ ਨਾਕਾਮਯਾਬ ਰਹੇ ਉਸ ਘਟਨਾ ਨੂੰ ਰੋਕਣ ਵਿੱਚ। ਜੀ ਬੇਨਤੀ ਹੈ, ਇਹ ਘਟਨਾ ਜਿਹੜੀ ਹੈ ਬੜੀ ਦਰਦਨਾਕ ਹੈਗੀ, ਦੁਖਦ ਘਟਨਾ ਹੈਗੀ ਹੈ। ਇਸ ਘਟਨਾ ਦਾ ਕੋਈ ਵੀ ਸਿੱਖ ਸੰਗਤ, ਸਿੱਖ ਸਮਾਜ ਇਸ ਨੂੰ ਅਪਰੂਵ ਨਹੀਂ ਕਰਨ ਲੱਗਾ ਹੈਗਾ। ਔਰ ਅਸੀਂ ਇਹਨੂੰ ਚਾਹਾਂਗੇ ਕਿ ਜਿਹੜਾ ਐਟਮੋਸਫੀਅਰ ਕੰਡਿਊਸਿਵ ਹੋਵੇ, ਪ੍ਰੋਗਰੈਸ ਹੋਵੇ, ਡਿਵੈਲਪਮੈਂਟ ਹੋਵੇ। ਇੱਥੇ ਡਿਵੈਲਪਮੈਂਟ ਦਾ ਬੜਾ ਹੈਗਾ, ਕਿਉਂਕਿ ਰਿਹਾਇਸ਼ ਦੀ ਬੜੀ ਪ੍ਰੋਬਲਮ ਇੱਥੇ। ਜੀ ਡਾਕਟਰ ਸਾਹਿਬ, ਮੇਰਾ ਜੀ ਅਖੀਰਲਾ ਸਵਾਲ ਹੈ, ਬਹੁਤ ਤੁਹਾਡੇ ਨਾਲ ਨਾ ਜਿਹੜੇ ਉਸ ਪ੍ਰੋਗਰਾਮ ਦੇ ਬਾਰੇ ਹੈ, ਤੁਹਾਡੀਆਂ ਉੱਥੇ ਜਿਸ ਤਰ੍ਹਾਂ ਹਜ਼ੂਰ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਸਰਾਵਾਂ ਬਣ ਗਈਆਂ, ਬਹੁਤ ਵੱਡੀ ਡਿਵੈਲਪਮੈਂਟ ਹੋਈ, ਏਅਰਪੋਰਟ ਬਣ ਗਿਆ, ਸਾਰਾ ਕੁਝ ਹੋ ਗਿਆ। ਪਟਨਾ ਰਾਜਧਾਨੀ ਹੈ ਬਿਹਾਰ ਦੀ, ਔਰ ਜਿਹੜਾ ਕਿ ਬਹੁਤ ਵੱਡਾ ਇੱਕ ਪਾਟਲੀਪੁਤਰਾ ਇੱਕ ਇਤਿਹਾਸਕ ਸਥਾਨ ਹੈ। ਉਹ ਸਾਰੇ ਸਮਾਗਮਾਂ ਦੇ ਬਾਰੇ ਤੁਹਾਡਾ ਬਲੂਪ੍ਰਿੰਟ ਕਿਹੜਾ ਹੈਗਾ, ਉਹਦੇ ਬਾਰੇ ਅਸੀਂ ਤੁਹਾਡੇ ਨਾਲ ਵਿਸ਼ੇਸ਼ ਪ੍ਰੋਗਰਾਮ ਵਿੱਚ ਬੇਨਤੀ ਵੀ ਕਰਾਂਗੇ ਕਿ ਤੁਸੀਂ ਸਾਰਾ ਸਾਨੂੰ ਭੇਜੋ ਔਰ ਅਸੀਂ ਉਸ ਦੇ ਬਾਰੇ ਗੱਲਬਾਤ ਵੀ ਕਰੀਏ। ਪਰ ਇੱਕ ਅਖੀਰਲਾ ਸਾਡਾ ਸਵਾਲ ਹੈ, ਐਸੀ ਘਟਨਾ ਦੁਬਾਰਾ ਨਾ ਵਾਪਰੇ, ਇਹਦੇ ਲਈ ਤੁਸੀਂ ਜਿਹੜੇ ਸਾਰੀਆਂ ਧਿਰਾਂ ਹੈ ਉਹਨਾਂ ਨਾਲ ਮਿਲ ਕੇ ਕੋਈ ਐਸਾ ਮਾਹੌਲ ਬਣਾਓਗੇ ਕਿ ਦੁਬਾਰਾ ਐਸਾ ਮੰਦਭਾਗਾ ਦਿਨ ਨਾ ਵੇਖਣਾ ਪਵੇ? बिल्कुल बिल्कुल बनाना है, तो हर सिख का फर्ज है ऐसे मिल बैठ के ऐसे सुलझाया जाए। और प्रोग्रेस टाइम साडे कोल बहुत घट है। हाँ जी, हाँ जी। 217 का मतलब है कि ਅਸੀਂ 215 ਵਿੱਚ ਇਸ ਨੂੰ ਕੰਪਲੀਟ ਕਰਾਂਗੇ ਤਾਂ ਅਸੀਂ 216 ਤੱਕ ਪਹੁੰਚਾਂਗੇ। ਠੀਕ ਹੈ, ਠੀਕ ਹੈ। 217 ਦੀ ਜੁਲਾਈ ਵਿੱਚ ਹੀ ਹੈਗਾ, ਜਨਵਰੀ ਵਿੱਚ ਹੀ ਹੈਗਾ ਪ੍ਰੋਗਰਾਮ। ਇਸ ਕਰਕੇ ਅਸੀਂ ਟਾਰਗੇਟ ਰੱਖਿਆ 2016 ਦਾ। ਜੀ 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 ਜੀ। ਚਲੋ, ਗੁਰੂ ਕਲਗੀਧਰ ਪਿਤਾ ਆਪਣਾ ਅਸੀਸ ਦਾ ਹੱਥ ਸਭ ਦੇ ਸਿਰ ਦੇ ਉੱਤੇ ਰੱਖੇ। ਔਰ ਪਰ ਇਹ ਅਰਦਾਸ ਵੀ ਹੈ ਕਿ ਐਸੀ ਘਟਨਾ ਜਿਹੜੀ ਹੈ ਮੁੜ ਨਹੀਂ ਵਾਪਰਨੀ ਚਾਹੀਦੀ, ਕਿਉਂਕਿ ਇਤਨੀ ਦੂਰ ਪੰਜਾਬ ਤੋਂ ਇਤਨੀ ਦੂਰ ਰਹਿ ਕੇ ਅਗਰ ਇਸ ਤਰ੍ਹਾਂ ਹੋ ਜਾਏ ਤਾਂ ਫਿਰ ਇਹ ਬਹੁਤ ਹੀ ਅਫਸੋਸਨਾਕ ਹੈ। ਔਰ ਇਸ ਦੀ ਜ਼ਿੰਮੇਵਾਰੀ ਤੋਂ ਕੋਈ ਵੀ ਬਰੀ ਨਹੀਂ ਹੋ ਸਕਦਾ, ਭਾਵੇਂ ਉਹ ਪ੍ਰਬੰਧਕ ਹੈ, ਭਾਵੇਂ ਉਹ ਉੱਥੇ ਦੇ ਦੂਸਰੇ ਪ੍ਰਬੰਧ ਦੇ ਵਿੱਚ ਜਿਹੜੇ ਨਹੀਂ ਰਹੇ। ਇਸ ਨੂੰ ਐਸੀ ਘਟਨਾ ਬਿਲਕੁਲ ਨਹੀਂ ਹੋਣੀ ਚਾਹੀਦੀ। ਤੇ ਅਖੀਰ ਦੇ ਵਿੱਚ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਇਸ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਜੀ, ਜਲਦੀ से जल्दी ये मामला सुलझ जाए और सिख पंथ एकता बनी रहे, ਅਸੀਂ ਲੋਕ ਡਿਵੈਲਪਮੈਂਟ ਦਾ ਕੰਮ ਕਰ ਸਕੀਏ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਆਪਣਾ ਸਮਾਂ ਦੇਣ ਲਈ ਔਰ ਸਾਡੇ ਇਸ ਪ੍ਰੋਗਰਾਮ ਰਾਹੀਂ ਉੱਥੇ ਦੇ ਹਾਲਾਤ ਕਰਾਉਣ ਲਈ। ਇੱਕ ਵਾਰ ਫਿਰ ਭਾਵੇਂ ਭਰੇ ਹੋਏ ਮਨ ਨਾਲ ਹੀ ਆਪ ਨੂੰ ਵੀ ਗੁਰੂ ਕਲਗੀਧਰ ਪਿਤਾ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਡਾਕਟਰ ਰਣਜੀਤ ਸਿੰਘ ਗਾਂਧੀ, ਜਿਹੜੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ। ਪਰ ਜੇ ਤੁਸੀਂ ਇਸ ਵਿਸ਼ੇ 'ਤੇ ਨਹੀਂ ਵੀ ਕੁਝ ਕਹਿਣਾ ਚਾਹੁੰਦੇ, ਪਰ ਘੱਟੋ ਘੱਟ ਆਪਣੇ ਸ਼ਰਧਾ ਦੇ ਫੁੱਲ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਤਾਂ ਅਰਪਿਤ ਕਰ ਹੀ ਸਕਦੇ ਹੋ। ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਲਾਸਾਨੀ ਸਨੇਹੇ ਦਾ ਸਾਨੂੰ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਅਮਲ ਕਰਨਾ ਚਾਹੀਦਾ ਹੈ, ਕੀ ਸਾਡੀ ਜ਼ਿੰਦਗੀ ਵਿੱਚ ਅਸੀਂ ਉਹਨਾਂ ਦੇ ਕਿਤਨੇ ਹੀ
ਕਈ ਦਹਾਕਿਆਂ ਤੋਂ ਉਹਨਾਂ ਦੇ ਪ੍ਰਕਾਸ਼ ਦਿਵਸ ਮਨਾ ਚੁੱਕੇ ਹਾਂ। ਕੀ ਸਾਡੇ ਅੰਦਰ ਕੋਈ ਤਬਦੀਲੀ ਆਈ ਹੈ ਜਾਂ ਕੇਵਲ ਅਸੀਂ ਉਸ ਨੂੰ ਇੱਕ ਫਾਰਮੈਲਿਟੀ ਕਰਕੇ 1 ਸਾਲ ਲੰਘ ਗਿਆ, ਇੱਕ ਹੋਰ ਲੰਘ ਜਾਏਗਾ, ਐਸਾ ਨਾ ਹੋਏ। ਸੋ ਬੇਨਤੀ ਹੈ ਤੁਸੀਂ ਸਾਨੂੰ ਕਾਲ ਵੀ ਕਰੋ ਸਟੂਡੀਓ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ। ਇੱਕ ਵਕਫੇ ਦੇ ਬਾਅਦ ਅਸੀਂ ਮੁੜ ਹਾਜ਼ਰ ਹਾਂ। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी। अपने देश का नंबर 1 आटा। कुनाल ज्वेलर दे गहने, वाह पई वाह क्या कहने। गहनियां नाल भर ले जाओ, घरवाली नूं हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स ऑर्डर ते तैयार करदे हां। गहनियां दी रिपेयर भी ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਜ਼ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर ਵਿੱਚ ਐਨਰੋਲ ਹੋਣ ਦੀ ਡੈਡਲਾਈਨ 31 ਮਾਰਚ 2014 ਹੈ। ਸੋ ਅਮਰੀਕਾ ਦੇ ਕਿਸੇ ਵੀ ਸ਼ਹਿਰ 'ਚ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ओबामा केयर ਹੈਲਥ ਇੰਸ਼ੋਰੈਂਸ ਕਰਾਉਣ ਲਈ ਪੰਜਾਬ ਇੰਸ਼ੋਰੈਂਸ ਦੇ ਨੰਬਰ ਤੇ ਹੁਣੇ ਕਾਲ ਕਰੋ। Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. Opening on 19 December. Street Road Plaza. America's favorite fashion store, Sahil. Visit our showrooms in Chicago and New Jersey or online at www.sahil.com. Hey, you good and juicy, honey, drop fresh, you see. Maza. ਗੱਲ ਅਖਬਾਰੀ ਸੁਰਖੀਆਂ ਦੀ। ਹੱਲ ਸਮਾਜਿਕ ਮਸਲਿਆਂ ਦਾ। ਵਿਚਾਰਾਂ ਦੀ ਭੀੜ ਵਿੱਚ ਤਲਾਸ਼ ਆਪਣੀ ਹੋਂਦ ਦੀ। ਵਿਚਾਰ ਵਟਾਂਦਰਾ 13 ਜਨਵਰੀ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਰਾਤੀ 10 ਵਜੇ ਸਿਰਫ ਗੈਟ ਪੰਜਾਬੀ ਤੇ।
चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਪਾਵਨ ਮੌਕੇ ਦੇ ਉੱਤੇ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਬਲਕਿ ਕਈ ਜਗ੍ਹਾ ਅਖਬਾਰੀ ਖਬਰਾਂ ਦੇ ਮੁਤਾਬਕ 3 ਲੱਖ ਤੋਂ ਵੱਧ ਵੱਖ-ਵੱਖ ਦੇਸ਼ਾਂ ਵਿਦੇਸ਼ਾਂ 'ਚੋਂ ਜਿੱਥੇ ਸੰਗਤਾਂ ਇਕੱਤਰ ਹੋਈਆਂ ਸੀ ਔਰ ਹਰ ਇੱਕ ਦੀ ਚਾਹ ਹੁੰਦੀ ਹੈ ਕਿ ਉਸ ਪਾਵਨ ਸਥਾਨ ਦੀ ਚਰਨ ਧੂੜ ਨੂੰ ਆਪਣੇ ਮਸਤਕ ਦੇ ਉੱਤੇ ਲਗਾਇਆ ਜਾਏ ਔਰ ਉੱਥੇ ਅਗਰ ਇਸ ਤਰ੍ਹਾਂ ਦੀ ਜੋ ਕੁਝ ਅੱਜ ਸ਼ਰੇਆਮ ਸਟੇਜ ਦੇ ਉੱਤੇ ਹੋਇਆ ਇਹ ਕਦੇ ਵੀ ਨਹੀਂ ਹੋਇਆ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ, ਤੁਸੀਂ ਕੀ ਸਮਝਦੇ ਹੋ, ਕਿਉਂ ਹੋਇਆ, ਕੀ ਇਸ ਨੂੰ ਰੋਕਿਆ ਜਾ ਸਕਦਾ ਸੀ ਤੇ ਕੀ ਇਸ ਨੂੰ ਅੱਗੇ ਕੋਈ ਰੋਕਣ ਦੇ ਲਈ ਕੋਈ ਉਪਰਾਲਾ ਕਰੇਗਾ। ਤੁਹਾਡੇ ਵਿਚਾਰ ਬਹੁਤ ਕੀਮਤੀ ਹਨ। ਹੈਲੋ ਹੈਲੋ, ਹਾਂਜੀ ਵੀਰ ਜੀ, ਵੈਜ ਜੀ ਖਾਲਸਾ, ਵੈਜ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਦੋ ਜਹਾਨ ਦੇ ਵਾਲੀ ਸਾਹਿਬੇ ਕਮਾਲ ਦੇ ਪ੍ਰਕਾਸ਼ ਉਤਸਵ ਤੇ ਤੁਹਾਨੂੰ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ। ਜੀ ਜੀ, ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ ਜੀ ਸ਼ਾਮਿਲ ਹੋਣ ਲਈ ਪ੍ਰੋਗਰਾਮ ਵਿੱਚ। ਕਰਦਾ ਸਾਂ ਤੁਸੀਂ ਬੜੇ ਸੋਹਣੇ ਇਸ਼ੂ ਲਿਆਉਂਦੇ ਹੋ। ਜੀ ਜੀ, ਤੁਸੀਂ ਰਣਜੀਤ ਸਿੰਘ ਹੋਣਾ ਨੂੰ ਜੀ ਆਪਣਾ ਟੈਲੀਫੋਨ ਰਾਹੀਂ ਸਹੀ ਚਲੋ ਪਰ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਜੀ। ਦੈਟ ਵਾਜ਼ ਵੰਡਰਫੁਲ ਉਪਰਾਲਾ ਜੀ। ਪਰ ਉਹਨਾਂ ਨੂੰ ਇਹ ਵੀ ਪੁੱਛਣਾ ਸੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਜੀ ਭਈ ਗੁਰਦੁਆਰਾ ਕੰਗਣਾ ਸਾਹਿਬ, ਗੁਰਦੁਆਰਾ ਹਾਂਡੀ ਸਾਹਿਬ, ਉਹਨਾਂ ਦੀ ਹਾਲਤ ਵੇਖੀ ਨਹੀਂ ਜਾਂਦੀ, ਉਹਦੇ ਬਾਰੇ ਵੀ ਕੁਝ ਉਪਰਾਲਾ ਕਰਦੇ ਪਏ ਨੇ ਕਿ ਨਹੀਂ? ਕੁਝ ਨਹੀਂ ਹੋ ਰਿਹਾ, ਕੁਝ ਨਹੀਂ ਹੋ ਰਿਹਾ। ਬਲਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰਾ ਖਿਆਲ ਹੈ ਪਿਛਲੇ 50 ਸਾਲਾਂ ਤੋਂ ਜੋ ਪਿਛਲੇ 50 ਸਾਲ ਜੋ ਹਾਲਤ ਸੀ ਉਹ ਉਸੇ ਤਰ੍ਹਾਂ ਹੀ ਹੈ, ਕੋਈ ਬਹੁਤਾ ਫਰਕ ਨਹੀਂ ਪਿਆ। ਇਹ ਸਾਡੀ ਬਦਕਿਸਮਤੀ। ਲਾਈਵ ਆਂਦੇ ਦਾ ਕੋਈ ਨਾ ਕੁਝ ਫਾਇਦਾ ਹੁੰਦਾ ਹੈ। ਸਾਰਾ ਕੁਝ ਇਸੇ ਕੇਸ ਲਈ ਕਰਦੇ ਆ ਵੀ ਇਹ ਦੁਬਦਾ ਦੇ ਸ਼ਿਕਾਰ ਨੇ, ਹੋਮੇ ਦੇ ਸ਼ਿਕਾਰ ਨੇ। ਪਤਾ ਨਹੀਂ ਇਹ ਹੁਣ ਕੀ ਹੋਏਗਾ, ਕਿਸ ਤਰ੍ਹਾਂ ਹੋਏਗਾ। ਸਾਡਾ ਮਕਸਦ ਇਹ ਪ੍ਰੋਗਰਾਮ ਲਿਆਉਣ ਦਾ ਕਿਸੇ ਦੇ ਬਾਰੇ ਵਿਰੋਧਤਾ ਪੈਦਾ ਕਰਨਾ ਨਹੀਂ, ਬਲਕਿ ਇਹਦੇ ਲਈ ਕੁਝ ਜਾਗਰੂਕਤਾ ਪੈਦਾ ਕਰਨਾ, ਕਿਉਂਕਿ ਹਰ ਸਿੱਖ ਯਾਦ ਕਰਦਾ ਕਿ ਉਹਨਾਂ ਸਥਾਨਾਂ ਨੂੰ, ਉਹ ਹਾਂਡੀ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਜਾਂਦਿਆਂ ਹੋਇਆਂ ਇੱਕ ਮਾਈ ਦੇ ਘਰ ਜਾ ਕੇ ਉਹਦੇ ਘਰ ਉਹਨਾਂ ਨੇ ਚਰਨ ਪਾਏ ਔਰ ਸਾਰੀ ਸੰਗਤ ਨੂੰ ਉਹ ਖਿਚੜੀ ਜਿਹੜੀ ਸੀ ਵੰਡਣ ਦੇ ਲਈ ਬੇਨਤੀ ਕੀਤੀ। ਕੰਗਨ ਘਾਟ ਵੀ ਬਿਲਕੁਲ ਉਸੇ ਤਰ੍ਹਾਂ, ਕੋਈ ਤਬਦੀਲੀ ਨਹੀਂ ਆਈ। ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕੁਝ ਹੋ ਸਕੇ। ਜੀ ਚਲੋ, ਚੜ੍ਹਦੀ ਕਲਾ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਹੈਲੋ ਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹੈਲੋ, ਤੁਹਾਡੇ ਆਵਾਜ਼ ਨਹੀਂ ਆ ਰਹੀ, ਟੀਵੀ ਦੀ ਆਵਾਜ਼ ਕਿਰਪਾ ਕਰਕੇ ਬੰਦ ਕਰਕੇ ਗੱਲ ਕਰੋ। ਕਰਤੀ ਜੀ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਕਿੱਥੋਂ? ਨੰਦਾ ਸਾਹਿਬ ਸਤਿ ਸ੍ਰੀ ਅਕਾਲ। ਮੈਂ ਭੁਪਿੰਦਰ ਸਿੰਘ ਨੰਦਾ ਜੀ ਤੋਂ ਬੋਲ ਰਿਹਾ ਜੀ। ਨੰਦਾ ਸਾਹਿਬ, ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਸਾਰੇ ਸੰਸਾਰ 'ਚ ਵਸਦੇ ਸਿੱਖਾਂ ਨੂੰ ਜੀ ਜੀ ਵਧਾਈ ਹੋਏ। ਜੀ ਜੀ ਜੀ, ਬਹੁਤ ਬਹੁਤ ਤੁਹਾਨੂੰ ਵੀ, ਸਾਰੇ ਜਗਤ ਨੂੰ ਜੀ। ਜਿਹੜਾ ਥਾਂ ਸਿੱਖਾਂ ਦੇ ਤਲਵਾਰਾਂ ਕੱਢ ਲੈਂਦੇ ਆ, ਗੁਰਦੁਆਰਿਆਂ 'ਚ ਕੱਢ ਲੈਂਦੇ ਆ। ਹਾਂਜੀ, ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਤੇ ਸਰਦਾਰੀ ਬਖਸ਼ੀ ਸੀ ਸਿੱਖਾਂ ਨੂੰ। ਸਿੱਖਾਂ ਨੇ ਉਹਦਾ ਮਤਲਬ ਗਲਤ ਲੈ ਲਿਆ, ਲਿਟਰਲ ਮਤਲਬ ਲੈ ਲਿਆ, ਸਪਿਰਿਟ ਨਹੀਂ ਸਮਝੀ। ਅਸੀਂ ਕਿਸੇ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ, ਝੱਟ ਓਪੋਜੀਸ਼ਨ ਕਰਦੇ ਆ।
ਇਹ ਤਲਵਾਰ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ ਇਸ ਕੰਮ ਲਈ ਨਹੀਂ ਦਿੱਤੀ ਕਿ ਜਦੋਂ ਲੰਗਰ ਵਰਤਣਾ ਹੋਵੇ ਉਦੋਂ ਕੱਢ ਲਓ। ਜਲੰਧਰ ਚ ਲੰਗਰ ਦੇ ਵਿੱਚ ਝਗੜਾ ਹੋ ਗਿਆ, ਇੱਥੇ ਹੋ ਗਿਆ, ਕੈਨੇਡਾ ਚ ਵੀ ਹੁੰਦਾ ਹੈ, ਗੁਰਦੁਆਰਿਆਂ ਚ ਆਪਸ ਮੁਕੱਦਮੇ ਹੁੰਦੇ, ਲੱਖਾਂ ਰੁਪਏ ਵੇਸਟ ਕਰ ਦਿੰਦੇ ਆ। ਈਸ਼ਵਰ ਕਰੇ ਸਾਨੂੰ ਸਮਝ ਆ ਜਾਏ। ਪਰ ਇਹਦਾ ਹੱਲ ਕੀ ਹੈ ਨੰਦਾ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕੋਈ ਹੈ ਇਹਦਾ? ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਬੜਾ ਵੱਡਾ ਇਹੋ ਹੀ ਹੱਲ ਹੈਗਾ। ਤੁਹਾਡੇ ਇਸ ਚੈਨਲ ਤੋਂ ਤੁਹਾਡੇ ਜੇ ਖਿਆਲਾਤ ਨਾਲ ਕਾਫੀ ਅਸਰ ਹੋਏਗਾ। ਇਹ ਤਾਂ ਅਸੀਂ ਆਪਣਾ ਰੋਣਾ ਆਪਣੇ ਅੱਗੇ ਹੀ, ਆਪਣੇ ਮਨ ਦੀ ਬਿਰਥਾ ਹੈ ਜਿਹੜੀ ਸੰਗਤ ਦੇ ਅੱਗੇ ਰੱਖ ਦੇਈ ਦੀ ਹੈ, ਪਰ ਇਹਦਾ ਹੱਲ ਤਾਂ ਜਿਨ੍ਹਾਂ ਨੇ ਸਾਡੇ ਆਗੂ ਉਹਨਾਂ ਨੇ ਕੱਢਣਾ ਨਾ, ਜਾਂ ਸੰਗਤ ਨੇ ਕੱਢਣਾ। ਨਹੀਂ, ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਹੋਰ ਸੱਜਣ ਬੰਦਰ ਕਰਨ ਤੇ ਇਦਾਂ ਹੀ ਹੋ ਜਾਏਗਾ। ਚਲੋ, ਲੇਕਿਨ ਗੱਲ ਉਹੀ ਹੈ ਕਿ ਅਸੀਂ ਸਾਰੇ ਸਰਦਾਰ ਹੀ ਸਮਝਦੇ ਹਾਂ, ਠੀਕ, ਦੂਜੇ ਦੀ ਗੱਲ ਨੂੰ ਸਮਝਣ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਅੱਛਾ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਹਾਂਜੀ, ਸਾਡੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਦੋਂ ਫੋਨ ਕਰਦੇ ਹੋ ਕਿਰਪਾ ਕਰਕੇ ਟੈਲੀਫੋਨ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਤੁਹਾਡਾ ਸੁਨੇਹਾ ਪਹੁੰਚ ਸਕੇ। ਜੀ, ਕੌਣ ਬੋਲ ਰਹੇ? ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹੈਲੋ ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹੈਲੋ, ਪਤਾ ਨਹੀਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਕੈਨੇਡਾ ਤੋਂ ਬੋਲ ਰਿਹਾ, ਸੁਖਰਾਮ ਸਿੰਘ ਸਿੱਧੂ ਜੀ। ਜੀ ਜੀ, ਸਿੱਧੂ ਸਾਹਿਬ ਜੀ ਆਇਆਂ ਨੂੰ। ਹੁਕਮ ਕਰੋ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਹੋ? ਪਹਿਲਾਂ ਸਾਰੇ ਸਿੱਖ ਜਗਤ ਨੂੰ, ਸਾਰੇ ਸੰਸਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਣ। ਜੀ, ਤੁਹਾਨੂੰ ਵੀ ਬਹੁਤ ਬਹੁਤ ਸਾਰਿਆਂ ਨੂੰ। ਮੈਂ ਦੱਸਣਾ ਚਾਹੁੰਦਾ ਵੀ ਅਸੀਂ ਜਦੋਂ ਸਾਡੇ ਬਾਹਰਲੇ ਆਪਣੀਆਂ ਕੈਨੇਡਾ ਅਮਰੀਕਾ 'ਚ ਕੋਈ ਪੁਲਿਸ ਗੁਰਦੁਆਰਾ 'ਚ ਐਂਟਰ ਹੁੰਦੀ, ਅਸੀਂ ਬਹੁਤ ਦੁੱਖ ਮਨਾਉਂਦੇ ਹਾਂ, ਜਾਂ ਦਿੱਲੀ 'ਚ ਕੋਈ ਸਾਡਾ ਹੋਰ ਕੋਈ ਪੁਲਿਸ ਸੰਤਗਾ ਦੀ। ਜਿੰਨਾ ਨੁਕਸਾਨ ਇਹ ਕੜਮ ਚੌਧਰੀਆਂ ਨੇ ਸਾਡੇ ਸਿੱਖੀ ਨੂੰ ਬਚਾਇਆ, ਇੰਨਾ ਹੋਰ ਮੇਰਾ ਖਿਆਲ ਸਰਕਾਰਾਂ ਨੇ ਵੀ ਨਹੀਂ ਬਚਾਇਆ। ਇਹ ਜਿਹੇ ਮਹਾਨ ਦਿਨ ਦੇ ਉੱਤੇ, ਇੱਕ ਇਹੋ ਜਿਹੇ ਪਵਿੱਤਰ ਸਥਾਨ ਦੇ ਉੱਤੇ ਲੜਾਈ ਹੋਣਾ ਜੀ ਕਿੱਡੀ ਮਦਭਾਗੀ ਆ ਸਿੱਖੀ ਦੇ ਲਈ। ਜੀ ਜੀ, ਅਸੀਂ ਕਿਸੇ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸਾਂਗੇ? ਪਿੱਛੇ ਜੇ ਮੇਰੇ ਬੱਚੇ ਨੇ ਇੱਕ ਵਾਰ ਕਿਹਾ, ਬੱਚੇ ਗੁਰਦੁਆਰੇ ਚੱਲੀਏ, ਉਹ ਕਹਿੰਦੇ ਤੁਸੀਂ ਤਾਂ ਰੋਜ਼ ਉੱਥੇ ਲੜਦੇ ਹੋ, ਦੱਸਦੇ ਕੀ ਹੋ? ਵੀ ਅਸੀਂ ਜੇ ਇਹੋ ਜਿਹੇ ਪਵਿੱਤਰ ਸਥਾਨ ਤੇ ਅੱਜ ਮੇਰਾ ਖਿਆਲ ਕੋਈ ਮਕੇ ਸਿੱਖ ਨਹੀਂ ਹੋਊ ਜਿਹੜਾ ਟੀਵੀ ਨਹੀਂ ਦੇਖਦਾ ਉਹ ਗ੍ਰੰਥ ਸਾਹਿਬ, ਕਿਉਂਕਿ 10ਵੇਂ ਪਾਤਸ਼ਾਹ ਦਾ ਜਨਮ ਦਿਨ ਪ੍ਰਕਾਸ਼ ਹੈ। ਹਾਂਜੀ, ਇਹ ਅਸੀਂ ਸੁਨੇਹਾ ਕੀ ਭੇਜਿਆ ਆਉਣ ਵਾਲੀ ਜਗ੍ਹਾ? ਬਿਲਕੁਲ, ਵਾਕਈ ਜਿੱਥੇ ਬਚਣਾ ਚਾਹੀਦਾ। ਅਕਾਲ ਤਖਤ ਤੇ ਵੀ ਉਹ ਚੀਜ਼ਾਂ ਹੈ ਨਹੀਂ ਜਿਹੜੀਆਂ ਸਾਨੂੰ ਹੋਣੀਆਂ ਚਾਹੀਦੀਆਂ ਸੀ। ਅਕਾਲ ਤਖਤ ਵੀ ਅਧੀਨ ਹੈ, ਜਿਹੜੇ ਵੀ ਜੇ ਅਕਾਲ ਤਖਤ ਦਾ ਜਥੇਦਾਰ ਹੀ ਅਧੀਨ ਹੈ ਨਾ, ਸਿੱਖੀ ਯਾਦ ਹੋਈ ਨਹੀਂ ਸਕਦੀ। ਅਜੀ ਨਹੀਂ ਕਹਿਣਾ ਸੀ, ਬਹੁਤ ਦੁੱਖ ਦੀ ਗੱਲ ਹੈ, ਪਰੰਤੂ ਇਹ ਜਿਹੇ ਕੜਮ ਚੌਧਰੀਆਂ ਨੇ ਬਹੁਤ ਸਿੱਖੀ ਨੂੰ ਨੁਕਸਾਨ ਪਹੁੰਚਾਇਆ, ਇਹੋ ਜਿਹਾ ਤੋਂ ਬਚਣਾ ਚਾਹੀਦਾ। ਤੁਹਾਡੀ ਜਿਹੜੀ ਫੀਲਿੰਗ ਹੈ ਬਿਲਕੁਲ ਇਹੀ ਲੋਕਾਂ ਦੇ ਵੀ, ਸੰਗਤ ਦੇ ਵੀ ਵਿਚਾਰ ਹੈ। ਔਰ ਕਈਆਂ ਦੇ ਤਾਂ ਗੱਲਬਾਤ ਤੋਂ ਹੀ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦੇ ਕੋਲ ਅੱਖਰ ਵੀ ਨਹੀਂ ਹੈਗੇ ਇਸ ਭਰੇ ਹੋਏ ਮਨ ਦੇ ਨਾਲ ਉਹ ਆਪਣੀ ਬਿਰਥਾ ਔਰ ਵਿਅਥਾ ਉਹ ਸਾਰਿਆਂ ਨੂੰ ਦੱਸ ਰਹੇ ਹੈ। ਪਰ ਆਓ ਮਿਲ ਕੇ ਘੱਟੋ ਘੱਟ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਉਹਨਾਂ ਦੇ ਉਸ ਗੱਲ ਨੂੰ ਘੱਟੋ ਘੱਟ ਚੇਤੇ ਕਰੀਏ ਜਿਸ ਦੇ ਲਈ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਕੀਤਾ, ਔਰ ਜਿਸ ਦੇ ਲਈ, ਜਿਹੜੇ ਆਦਰਸ਼ਾਂ ਲਈ ਗੁਰੂ ਸਾਹਿਬ ਨੇ ਸਾਰਾ ਕੁਝ ਵਾਰਿਆ, ਕਿ ਅਸੀਂ ਉਸ ਰਸਤੇ ਦੇ ਉੱਤੇ ਸਾਡਾ ਕੋਈ ਫਰਜ਼ ਹੈ, ਸਾਡਾ ਕੋਈ ਕਰਜ਼ਾ ਹੈ ਸਾਡੇ ਸਿਰ ਦੇ ਉੱਤੇ, ਜੇ ਉਸ ਦੀ ਕੋਈ ਰੰਚਕ ਮਾਤਰ ਵੀ ਅਸੀਂ ਅਦਾ ਕਰ ਸਕੀਏ ਤਾਂ ਫਿਰ ਸਾਡਾ ਗੁਰਪੁਰਬ ਮਨਾਇਆ ਸਫਲ ਹੈ। ਨਹੀਂ ਤਾਂ ਫਿਰ ਇਹ ਵੀ ਇੱਕ ਰਸਮ ਦੀ ਤਰ੍ਹਾਂ ਹੀ ਅਸੀਂ ਬਾਕੀ ਕਰਮਕਾਂਡ ਦੇ ਵਿੱਚ ਹੋ ਕੇ ਰਹਿ ਜਾਏਗਾ। ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਦੇ ਬਾਰੇ ਔਰ ਹੋਰ ਗੰਭੀਰ ਵਿਸ਼ਿਆਂ ਦੇ ਬਾਰੇ ਜ਼ਰੂਰ ਸਾਨੂੰ ਈਮੇਲ ਕਰੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अपनी बोली अपनी पहचान, पंजाबी हर महफिल दी जान, पंजाबियां दी है वखरी शान, अपनी बोली अपनी पहचान।